ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ ਨੰਬਰ 305 ਤੇ ਹੇਠੋਂ ਚੌਥੀ ਪੰਕਤੀ ਹੈ। ਮਹਿਲਾ ਚੌਥਾ। ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ ਧਿਆਵੇ। ਭਲਕੇ ਹੁੰਦਾ ਸਵੇਰੇ ਸਵੇਰੇ। ਇਹ ਪਾਕਿਸਤਾਨੀ ਸ਼ਬਦ ਹੈ ਵੀ ਭਲਕੇ ਮੈਂ ਉੱਥੇ ਜਾਵਾਂਗਾ, ਵੀ ਕੱਲ੍ਹ ਨੂੰ ਮੈਂ ਸਵੇਰੇ ਉੱਥੇ ਜਾਵਾਂਗਾ। ਜਿਹੜਾ ਗੁਰੂ ਦਾ ਸਿੱਖ ਖਵਾਉਂਦਾ ਨਾ, ਸੋ ਭਲਕੇ ਉਠਰ ਨਾਮ ਦਾ, ਉਹ ਸਵੇਰੇ ਉੱਠ ਕੇ ਨਾਮ ਜਪਦਾ। ਉਦਮ ਕਰੇ ਭਲਕੇ ਪ੍ਰਭਾਤੀ। ਉਹ ਸਵੇਰੇ ਪ੍ਰਭਾਤ ਵੇਲੇ ਭਾਵ ਅੰਮ੍ਰਿਤ ਵੇਲੇ ਉਦਮ ਕਰਦਾ ਹੈ, ਉੱਠਦਾ ਹੈ। ਹੋਰ ਕੀ ਕਰਦਾ? ਇਸ਼ਨਾਨ ਕਰੇ, ਫਿਰ ਇਸ਼ਨਾਨ ਕਰਦਾ ਹੈ। ਕੋਈ ਖੂਹ ਦੇ ਪਾਣੀ ਨਾਲ ਨਹਾਉਂਦਾ ਸੀ, ਕੋਈ ਦਰਿਆਵਾਂ ਦੇ ਪਾਣੀ ਨਾਲ ਨਹਾਉਂਦਾ ਸੀ, ਕੋਈ ਸਰੋਵਰਾਂ ਦੇ ਪਾਣੀ ਨਾਲ ਨਹਾਉਂਦਾ ਸੀ। ਉਦੋਂ ਨਲਕੇ ਨਹੀਂ ਸੀ ਹੋਇਆ ਕਰਦੇ। ਇਸ਼ਨਾਨ ਕਰੇ, ਫਿਰ ਕੀ ਕਰੇ? ਅੰਮ੍ਰਿਤਸਰ ਨਹਾਵੇ। ਇਹਨੂੰ ਪੜ੍ਹਨਾ ਨਹਾਵੇ, ਨੰਨੇ ਦੇ ਪੈਰ 'ਚ ਹਾ ਹੈ। ਅੰਮ੍ਰਿਤਸਰ ਦਾ ਮਤਲਬ ਸਤ ਸੰਗਤ ਵਿੱਚ। ਸਤ ਸੰਗਤ 'ਚ ਕਾਹਦੇ ਨਾਲ ਨਹਾਉਣੇ? ਨਾਮ ਨਾਲ। ਕਿਉਂਕਿ ਜਿਹੜਾ ਇਸ਼ਨਾਨ ਪਾਣੀ ਦਾ ਇਸ਼ਨਾਨ ਹੈ, ਇਹ ਤਾਂ ਸਾਨੂੰ ਬਾਹਰੋਂ ਸਾਫ਼ ਕਰਦਾ। ਚਾਹੇ ਦਰਿਆ 'ਚ ਨਹਾ ਲਓ, ਛੱਪੜ 'ਚ ਨਹਾ ਲਓ, ਨਹਿਰ 'ਚ ਨਹਾ ਲਓ, ਸੂਏ 'ਚ ਨਹਾ ਲਓ, ਕਿਸੇ ਸਰੋਵਰ 'ਚ ਨਹਾ ਲਓ, ਇਹ ਬਾਹਰੋਂ ਸਾਫ਼ ਕਰਦਾ। ਸਤ ਸੰਗਤ 'ਚ ਆ ਕੇ ਜਦੋਂ ਬੰਦਾ ਨਾਮ ਜਪਦਾ, ਬਾਣੀ ਸੁਣਦਾ ਹੈ, ਫਿਰ ਅੰਦਰਲਾ ਇਸ਼ਨਾਨ ਹੁੰਦਾ। ਅੰਮ੍ਰਿਤਸਰ ਭਾਵ ਸਤ ਸੰਗਤ ਵਿੱਚ। ਅੰਮ੍ਰਿਤ ਮੈਨੇ ਨਾਮ ਵੀ ਹੁੰਦਾ ਹੈ। ਨਾਮ ਰੂਪੀ ਸਰੋਵਰ 'ਚ ਇਸ਼ਨਾਨ ਕਰੋ। ਉਪਦੇਸ਼ ਗੁਰੂ ਹਰ ਹਰ ਜਪ ਜਪ। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਜਿਹੜਾ ਫਿਰ ਹਰੀ ਦਾ ਨਾਮ ਜਪਦਾ ਹੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇਂ। ਸਭ ਬਹੁਵਚਨ ਹੈ, ਕਿਲ ਵਿਖ ਬਹੁਵਚਨ ਹੈ, ਪਾਪ ਬਹੁਵਚਨ ਹੈ, ਦੋਖ ਬਹੁਵਚਨ। ਜਾਵੇ ਇੱਕ ਵਚਨ ਹੁੰਦਾ। ਜਾਵੇਂ ਵਾਵੇ ਦੇ ਪੈਰ 'ਚ ਹਾਹਾ ਨਾਲ ਬਿੰਦੀ ਇਸ ਤਰ੍ਹਾਂ ਲਾ ਕੇ ਬੋਲੋ। ਗੁਰੂ ਦੇ ਉਪਦੇਸ਼ 'ਤੇ ਚੱਲ ਕੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੇ ਸਾਰੇ ਕਿਲ ਵਿਖ ਅਤੇ ਪਾਪ ਇੱਕੋ ਹੀ ਗੱਲ ਹੈ। ਉਹਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਦੋਖ ਜੋ ਉਸ 'ਤੇ ਦੋਸ਼ ਲੱਗੇ ਨੇ, ਉਹ ਵੀ ਦੂਰ ਹੋ ਜਾਂਦੇ ਨੇ। ਇਹ ਸਾਰੇ ਲੈ ਜਾਂਦੇ ਨੇ। ਫਿਰ ਹੋਰ ਕੀ ਕਰਦਾ ਉਹ? ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੇ। ਫਿਰ ਜਦੋਂ ਦਿਨ ਚੜ੍ਹਦਾ, ਫਿਰ ਬਾਣੀ ਪੜ੍ਹਦਾ ਹੈ। ਪੁਰਾਣੇ ਜ਼ਮਾਨਿਆਂ ਦੇ ਵਿੱਚ ਚਾਨਣ ਦਾ ਬਹੁਤ ਘੱਟ ਪ੍ਰਬੰਧ ਹੁੰਦਾ ਸੀ। ਦੀਵੇ ਹੁੰਦੇ ਸਨ। ਇਸ ਲਈ ਭਾਈ ਜਿੰਨਾ ਚਿਰ ਹਨੇਰਾ ਹੈ, ਉਨਾ ਚਿਰ ਨਾਮ ਜਪ ਲਓ। ਜਦੋਂ ਚਾਨਣ ਹੋ ਜਾਏਗਾ, ਫਿਰ ਬਾਣੀ ਪੜ੍ਹੋ। ਕਿਉਂਕਿ ਵੀਰੇ ਆਪਾਂ ਗੁਟਕਾ ਲੈ ਕੇ, ਪੋਥੀ ਲੈ ਕੇ ਪੜ੍ਹਨਾ ਹੁੰਦਾ। ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੇ। ਫਿਰ ਜਦੋਂ ਦਿਨ ਚੜ੍ਹ ਜਾਂਦਾ ਹੈ, ਫਿਰ ਗੁਰਬਾਣੀ ਗਾਉਂਦਾ ਹੈ, ਭਾਵ ਬਾਣੀ ਪੜ੍ਹਦਾ ਹੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਉੱਠਦਿਆਂ ਬੈਠਦਿਆਂ ਨਾਮ ਜਪਦਾ ਰਹਿੰਦਾ ਹੈ। ਇਹ ਨਹੀਂ ਕਿ ਸਵੇਰੇ ਉੱਠ ਕੇ ਨਾਮ ਜਪ ਲਿਆ, ਬਾਣੀ ਪੜ੍ਹ ਲਈ, ਫਿਰ ਸਾਰਾ ਦਿਨ ਬਸ ਗੱਪਾਂ ਮਾਰੀ ਜਾਣੇ। ਨਹੀਂ, ਕੰਮ ਧੰਦਾ ਕਰਦਿਆਂ ਵੀ ਨਾਮ ਜਪਦਾ ਰਹਿੰਦਾ ਹੈ। ਬਹਿੰਦਿਆਂ ਉੱਠਦਿਆਂ ਦਾ ਮਤਲਬ ਜੇ ਤੁਸੀਂ ਕੰਮ ਧੰਦਾ ਕਰ ਰਹੇ ਹੋ, ਡਿਊਟੀ ਦੇ ਰਹੇ ਹੋ, ਤਾਂ ਵੀ ਨਾਮ ਜਪਦਾ ਰਹਿੰਦਾ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਸਾਸ ਗਿਰਾਸ ਦਾ ਹਰ ਵਕਤ। ਸ਼ਬਦੀ ਅਰਥ ਸਾਸ ਬਣੇ ਸਾਹ ਲੈਣਾ, ਗਿਰਾਸ ਬਣੇ ਸਾਹ ਬਾਹਰ ਕੱਢਣਾ। ਇੱਕ ਹਿੰਦੂ ਸਾਧੂ ਅਰਥ ਕਰ ਰਿਹਾ ਸੀ।
ਉਹਨੇ ਫਿਰ ਕਿਹਾ ਵੀ ਸਾਸ ਜਿਹੜਾ ਗਿਰਦਾ ਹੈ ਨਾ, ਬਾਹਰ ਨਿਕਲਦਾ, ਉਹਨੂੰ ਗਰਾਸ ਕਹਿੰਦੇ ਨੇ। ਜਿਹੜਾ ਗਰਾਸ ਹੁੰਦਾ ਹੈ, ਬੁਰਕੀ, ਉਹਨੂੰ ਸਿਹਾਰੀ ਨਹੀਂ ਕਦੋਂ ਹੁੰਦੀ। ਹਿੰਦੀ ਦਾ ਸ਼ਬਦ ਗਰਾਸ ਹੈ, ਬੁਰਕੀ। ਕਹਿੰਦੇ ਇਹ ਗਰਾਸ ਹੈ, ਸਾਹ ਦਾ ਬਾਹਰ ਨਿਕਲਣਾ। ਆਮ ਜਿੰਨੀਆਂ ਵੀ ਨੇ ਅਰਥਾਂ ਵਾਲੀ ਕਿਤਾਬਾਂ ਉਹ 'ਚ ਲਿਖਿਆ ਸਾਹ ਲੈਂਦੇ ਆ ਅਤੇ ਰੋਟੀ ਖਾਂਦੇ ਆ। ਵੀ ਇਹਦੇ ਬਾਅਦ ਪਾਣੀ ਪੀਂਦੇ ਨਹੀਂ, ਕਿ ਫਿਰ ਪਾਣੀ ਪੀਂਦੇ ਨਹੀਂ, ਨਾਮ ਜਪਣ, ਰੋਟੀ ਖਾਂਦੇ, ਸਾਹ ਲੈਣੇ। ਉਹਦੀ ਫਿਰ ਮੈਨੂੰ ਗੱਲ ਚੱਚੀ। ਕਹਿੰਦੇ ਸਾਹ ਲੈਂਦਿਆਂ ਵੀ ਅਤੇ ਸਾਹ ਬਾਹਰ ਕੱਢਦਿਆਂ ਹੋਵੇ, ਭਾਵ ਹਰ ਵਕਤ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਜੋ ਹਰ ਵਕਤ ਪਰਮਾਤਮਾ ਦਾ ਨਾਮ ਜਪਦਾ ਨਾ, ਫਿਰ ਕੀ ਹੁੰਦਾ ਹੈ? ਸੋ ਗੁਰਸਿੱਖ ਗੁਰੂ ਮਨ ਭਾਵੈ, ਉਹ ਗੁਰਸਿੱਖ ਗੁਰੂ ਦੇ ਮਨ ਨੂੰ ਚੰਗਾ ਲੱਗਦਾ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਿਸ ਤੇ ਪਰਮਾਤਮਾ ਕਦੇ ਦਿਆਲੂ ਹੁੰਦਾ ਨਾ, ਉਸ ਗੁਰਸਿੱਖ ਨੂੰ ਫਿਰ ਗੁਰੂ ਦਾ ਉਪਦੇਸ਼ ਸੁਣਾਉਂਦਾ। ਅਸੀਂ ਗੁਰੂ ਦੀ ਗੱਲ ਉਹਨਾਂ ਚਿਰ ਨਹੀਂ ਸੁਣਦੇ ਜਿੰਨਾ ਚਿਰ ਦਾਤੇ ਦੀ ਕਿਰਪਾ ਨਾ ਹੋਵੇ। ਪਹਿਲੀ ਅਵਸਥਾ ਹੈ ਤੁਸੀਂ ਮਿਹਨਤ ਕਰੋ, ਤੁਹਾਡੀ ਕਿਸਮਤ ਬਦਲੇਗੀ। ਤੁਹਾਡੀ ਕਿਸਮਤ 'ਚ ਹੀ ਮਿਹਨਤ ਕਰਨਾ ਲਿਖਿਆ, ਤਾਂ ਤੁਸੀਂ ਕਰੋਗੇ, ਨਹੀਂ ਤੇ ਨਹੀਂ ਕਰੋਗੇ। ਕਹੀ ਜੋ ਜਿੰਨਾ ਮੇਰੇ ਕਿਸੇ ਨੂੰ। ਅਸੀਂ ਕਹਿ ਕੇ ਥੱਕ ਜਾਂਦੇ ਸੀ, ਪੜ੍ਹ ਲਓ। 4-5 ਬੱਚੇ ਜੇ ਕਲਾਸ ਪੜ੍ਹਦੇ ਹੀ ਨਹੀਂ ਸੀ ਹੈਗੇ। ਭਾਗਾ ਜੀ ਪੜ੍ਹਾਈ ਨਹੀਂ ਲਿਖੀ ਹੋਈ। ਜਿਨ੍ਹਾਂ ਦੇ ਭਾਗਾਂ 'ਚ ਪੜ੍ਹਾਈ ਲਿਖੀ ਨਹੀਂ, ਜੋ ਮਰਜ਼ੀ ਪੈਟੇ ਲਾਓ, ਉਹ ਨਹੀਂ ਗੱਲ ਬਣਦੀ। ਮਿਹਨਤ ਵੀ ਉਹੀ ਕਰਦਾ ਹੈ ਜਿਹਦੇ ਭਾਗਾਂ 'ਚ ਮਿਹਨਤ ਕਰਨੀ ਲਿਖੀ ਹੁੰਦੀ ਹੈ। ਇਹ ਅਖੀਰਲੀ ਅਵਸਥਾ ਹੈ। ਮਿਹਨਤ ਕਰੋ, ਪਾਸ ਹੋ ਜਾਓਗੇ, ਇਹ ਪਹਿਲੀ ਅਵਸਥਾ ਹੈ। ਮਿਹਨਤ ਵੀ ਉਹੀ ਕਰੇਗਾ ਜਿਹਦੇ ਭਾਗਾਂ 'ਚ ਪਾਸ ਹੋਣਾ ਲਿਖਿਆ ਹੋਇਆ ਹੈ। ਇਹ ਅਖੀਰਲੀ ਅਵਸਥਾ ਹੈ। ਉਂਝ ਨਹੀਂ ਕਰਦਾ। ਜੇ ਭਾਗਾਂ 'ਚ ਪੜ੍ਹਾਈ ਨੇ ਨਾ ਲਿਖੀ, ਸਾਡੇ ਬਾਪੂ ਨੇ ਭੇਜੇ ਭਰਾ, ਵੱਡੇ ਸਭ ਤੋਂ ਵੱਡੇ ਭਰਾ ਨੂੰ ਸਕੂਲ, ਪਿੰਡ 'ਚ ਸਕੂਲ ਸੀ, ਇਹ ਵੀ ਨਹੀਂ ਕਿਤੇ ਦੂਰ ਜਾਣਾ ਸੀ। ਉਹਦੇ ਭਾਗਾਂ 'ਚ ਹੈ ਹੀ ਨਹੀਂ ਸੀ। ਇੱਕ ਸਾਡਾ ਤਾਏ ਦਾ ਮੁੰਡਾ, ਦੋਨੋਂ ਇੱਕੋ ਜਿਹੇ ਸਨ। 10-10 ਸਾਲ ਦੇ ਪੜ੍ਹਨ ਜਾਇਆ ਕਰਦੇ ਉਦੋਂ। ਮੇਰੇ ਵੇਲੇ 7 ਸਾਲ ਦੇ ਪੜ੍ਹਨ ਜਾਇਆ ਕਰਦੇ, ਉਹਨੇ 10 ਸਾਲ ਦੇ ਪੜ੍ਹ ਜਾਇਆ ਕਰਦੇ। ਹੁਣ ਜਿਹਨੇ 10 ਸਾਲ ਅਵਾਰਾਗਰਦੀ ਕੀਤੀ ਹੋਵੇ, ਉਹਦੇ ਲਈ ਸਕੂਲ ਪੈਣਾ ਬੜਾ ਔਖਾ ਹੁੰਦਾ। ਪੁਰਾਣੇ ਮੁਨਸ਼ੀ ਕੁੱਟਦੇ ਵੀ ਬਹੁਤ ਸਾਰੇ, ਟੀਚਰ ਨੂੰ ਮੁਨਸ਼ੀ ਕਿਹਾ ਕਰਦੇ, ਕਿ ਮੁਸਲਮਾਨ ਬਹੁਤੇ ਟੀਚਰ ਹੁੰਦੇ ਸਨ ਉਦੋਂ। ਦੋਨਾਂ ਨੇ ਸਲਾਹ ਕਰ ਲਈ ਵੀ ਹਟਣਾ। ਟੀਚਰ ਥੜੇ 'ਤੇ ਬੈਠਿਆ, ਕਦੇ ਕੁਰਸੀ ਢਾਹ ਕੇ। ਇੱਕ ਕਹਿੰਦਾ ਮੈਂ ਨਾ ਇੱਕ ਮੁੰਡੇ ਦੇ ਚੂੰਡੀ ਵੱਢੂੰਗਾ, ਉਹ ਰੋਏਗਾ। ਟੀਚਰ ਜਿਹੜਾ ਹੈ ਮੈਨੂੰ ਕੁੱਟਣ ਆਏਗਾ, ਤੂੰ ਦੌੜ ਕੇ ਕੁਰਸੀ ਦੇ ਮਗਰ, ਥੜੇ ਦੇ ਮਗਰ ਚਲੇ ਜਾਈਂ। ਜਦੋਂ ਟੀਚਰ ਕੁਰਸੀ 'ਤੇ ਬੈਠਣ ਲੱਗੂ, ਕੁਰਸੀ ਖਿੱਚ ਦੇਈਂ, ਉਹ ਡਿੱਗ ਪਏਗਾ, ਆਪਾਂ ਭੱਜ ਲਾਂਗੇ। ਸਕੀਮ ਨੇਪਰੇ ਚੜ੍ਹ ਗਈ। ਅੱਗੇ ਇਹ ਦੋਨੋਂ ਤੇ ਮਗਰ ਸਾਰਾ ਸਕੂਲ ਫੜ ਲਓ। ਕਹਿੰਦੇ ਘਰ ਆ ਕੇ ਕੁੰਡੀ ਮਾਰ ਲਈ, ਅੱਜ ਜਾਣੇ ਮੁੜ ਕੇ। ਭਾਗਾਂ 'ਚ ਹੀ ਨਹੀਂ ਸੀ। ਮੈਂ ਭਰਾ ਨੂੰ ਕਿਹਾ, ਮੈਂ ਭਰਾ ਇਹ 1932 ਦੀ ਗੱਲ ਹੈ। ਮੈਂ ਵੀ 37 ਸਾਲ ਟੀਚਰ ਹੈ, ਕਿਸੇ ਵਿਦਿਆਰਥੀ ਨੇ ਟੀਚਰ ਨੂੰ ਕੁਰਸੀ ਤੋਂ ਨਹੀਂ ਡਿੱਗਿਆ। ਕਈ ਬੱਚੇ ਟੀਚਰ ਦੇ ਅੱਗੇ ਤਾਂ ਕਈਆਂ ਦੇ ਬੋਲ ਪੈਂਦੇ ਨੇ, ਪਰ ਇਹ ਨਹੀਂ ਵੀ ਕਿਸੇ ਨੂੰ ਕੁਰਸੀ ਤੋਂ ਡੇ। ਮੈਂ ਤੈਨੂੰ 1932 'ਚ ਕੀ ਸੁਝੀ, ਤੁਹਾਨੂੰ ਇਹ ਕੀ ਸੁਝੀ? ਕਹਿੰਦੇ ਭਰਾਵਾ ਬਦਕਿਸਮਤੀ ਸੀ, ਅਨਪੜ੍ਹ ਰਹਿਣਾ ਸੀ, ਆ ਤੱਤਾ ਠੱਠਾ ਕਰਨਾ ਸੀ ਡੰਗਰਾਂ ਨਾਲ, ਇਸ ਲਈ ਰਹਿ ਗਏ। ਭਾਗਾਂ 'ਚ ਹੀ ਨਹੀਂ ਸੀ ਵਿੱਦਿਆ, ਫਿਰ ਕੋਈ ਕਾਰਨ ਤੇ ਬਣਨਾ ਸੀ। ਜਿਨ੍ਹਾਂ ਦੇ ਭਾਗਾਂ 'ਚ ਹੁੰਦੀ ਹੈ, ਉਹ ਬਹੁਤ ਔਖੇ ਸਮੇਂ 'ਚ ਵੀ ਪੜ੍ਹ ਜਾਂਦੇ ਨੇ, ਅਤ ਗਰੀਬੀ 'ਚ ਵੀ ਪੜ੍ਹ ਜਾਂਦੇ ਨੇ, ਅਤ ਗਰੀਬੀ 'ਚ ਪੜ੍ਹ ਜਾਂਦੇ ਨੇ। ਅਬਰਾਹਮ ਲਿੰਕਨ
ਅਤ ਗਰੀਬ ਸੀ। ਜੰਗਲ 'ਚ ਲੱਕੜੀਆਂ ਕੱਟ ਕੇ ਗੁਜ਼ਾਰਾ ਕਰਿਆ ਕਰਦੇ ਸਨ। ਪਰ ਉਹ ਲੱਕੜੀਆਂ ਬਾਲ ਲੈਂਦਾ ਸੀ, ਰਾਤ ਨੂੰ ਉਹਦੇ ਚਾਨਣ ਚਪੜਿਆ ਕਰਦਾ ਸੀ। ਜਦੋਂ ਵੱਡੀ ਜਮਾਤ 'ਚ ਆ ਗਿਆ, ਫਿਰ ਉਹ ਕਿਸੇ ਕਸਬੇ ਸ਼ਹਿਰ 'ਚ ਪੜ੍ਹਨ ਆ ਗਿਆ, ਅਤੇ ਮਿੱਟੀ ਦੇ ਤੇਲ ਜੋਗੇ ਪੈਸੇ ਨਹੀਂ ਹੈਗੇ। ਜਿਹੜੇ ਸਰਕਾਰੀ ਲੈਂਪ ਗਲੀਆਂ 'ਚ ਲੱਗੇ ਹੁੰਦੇ ਸੀ ਚਾਨਣ ਦੇਣ, ਉਹਦੇ ਹੇਠਾਂ ਬੈਠ ਕੇ ਪੜ੍ਹਿਆ ਕਰਦਾ ਸੀ। ਉਹ ਤਰੱਕੀ ਕਰਦਾ ਕਰਦਾ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ। ਸੋ ਇਸ ਲਈ ਪਹਿਲੀ ਸਟੇਜ ਹੈ ਮਿਹਨਤ ਕਰੋ, ਅਖੀਰਲੀ ਸਟੇਜ ਹੈ ਮਿਹਨਤ ਵੀ ਉਹੀ ਕਰੂਗਾ ਜਿਹਦੇ ਭਾਗਾਂ 'ਚ ਲਿਖੀ ਹੋਈ ਹੈ। ਸੋ ਇਸ ਲਈ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਜਿਸ ਤੇ ਪਰਮਾਤਮਾ ਦਿਆਲੂ ਹੁੰਦਾ ਨਾ, ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ। ਗੁਰੂ ਵੀ ਉਸੇ ਸਿੱਖ ਨੂੰ ਉਪਦੇਸ਼ ਦਿੰਦਾ ਜਿਸ ਤੇ ਪਰਮਾਤਮਾ ਦਿਆਲੂ ਹੁੰਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ। ਕਹਿੰਦੇ ਜਨ ਨਾਨਕ, ਦਾਸ ਨਾਨਕ, ਗੁਰੂ ਮਹਾਰਾਜ ਕਹਿੰਦੇ ਮੈਂ ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਜੋ ਆਪ ਜਪੈ, ਜੋ ਆਪ ਨਾਮ ਜਪਦਾ ਹੈ, ਅਵਰਹ ਨਾਮ ਜਪਾਵੇ, ਦੂਜਿਆਂ ਤੋਂ ਨਾਮ ਜਪਵਾਉਂਦਾ ਹੈ। ਉਹਨਾਂ ਨੂੰ ਪ੍ਰੇਰਦਾ ਰਹਿੰਦਾ, ਭਾਈ ਨਾਮ ਜਪੋ, ਨਾਮ ਜਪੋ। ਪ੍ਰੇਰਿਤ ਕਰਨਾ ਸਾਡਾ ਫਰਜ਼ ਹੈ, ਪਰ ਮੰਨਣਾ ਉਹਨਾਂ ਹੀ ਹੈ ਜਿਹਨਾਂ ਦੇ ਭਾਗਾਂ 'ਚ ਲਿਖਿਆ ਹੁੰਦਾ ਹੈ। ਮੰਨਦੇ ਉਹੀ ਨੇ, ਬਾਕੀ ਸੁਣਿਆ ਅਣਸੁਣਿਆ ਕਰ ਦਿੰਦੇ ਹਨ। ਪੌੜੀ ਜੋ ਤੁਧ ਸੱਚ ਧਿਆਇਂਦੇ, ਸੇ ਵਿਰਲੇ ਥੋੜੇ। ਹੇ ਪਰਮਾਤਮਾ, ਜਿਹੜੇ ਤੈਨੂੰ ਧਿਆਉਂਦੇ ਨੇ ਉਹ ਬਹੁਤ ਥੋੜ੍ਹੇ ਨੇ, ਉਹ ਵਿਰਲੇ ਟਾਵੇਂ ਨੇ। ਮੈਂ ਦੇਖਿਆ ਦੋ ਕੰਮ ਸਭ ਤੋਂ ਔਖੇ ਨੇ ਮਨੁੱਖ ਲਈ ਕਰਨੇ, ਇੱਕ ਸੈਰ ਕਰਨਾ, ਇੱਕ ਨਾਮ ਜਪਣਾ। ਇਹ ਸਭ ਤੋਂ ਔਖੇ ਕੰਮ ਨੇ। ਇਹ ਦੋਨੋਂ ਕੰਮ ਬੜੇ ਔਖੇ ਨੇ, ਅਤੇ ਜਿਹੜਾ ਦੋਨੋਂ ਕੰਮ ਕਰਦਾ, ਸੈਰ ਵੀ ਕਰਦਾ, ਨਾਮ ਵੀ ਜਦ ਭਾਗਾਂ ਵਾਲਾ, ਕਿਉਂਕਿ ਨਾਲੇ ਤੰਦਰੁਸਤ ਵੀ ਰਹੇਗਾ, ਨਾਲੇ ਨਾਮ ਜਪੇਗਾ। ਤੰਦਰੁਸਤ ਹੀ ਨਾਮ ਜਪ ਸਕਦਾ ਹੈ। ਬਿਮਾਰ ਨੇ ਕਿਹਾ ਨਾਮ ਜਪ ਲਓ, ਹਾਏ ਹਾਏ ਕਰੇਗਾ ਕਿ ਨਾਮ ਜਪੇਗਾ। ਇਹ ਦੋਨੋਂ ਕੰਮ ਔਖੇ ਨੇ। ਹੋਰ ਜਿੰਨੇ ਮਰਜ਼ੀ ਬੰਦੇ ਤੋਂ ਕੰਮ ਕਰਾ ਲਓ। ਮੇਰਾ ਖਿਆਲ ਜੇ ਪੈਸੇ ਵੀ ਦਿੱਤੇ ਜਾਣ ਤਾਂ ਵੀ ਜਿਹੜਾ ਹੈ ਸੈਰ ਕਰਨੇ ਵਾਲਾ ਜਾਏ ਨਾ, ਯਾਰ ਠੰਡ ਮਰਨਾ, ਤੂੰ ਰੱਖ ਆਪਣੇ ਪੈਸੇ ਆਪਣੇ ਕੋਲ। ਦੋ ਕੰਮ ਮੈਂ ਦੇਖਿਆ ਔਖੇ ਨੇ। ਜੋ ਤੁਧ ਸੱਚ ਧਿਆਇਂਦੇ, ਸੇ ਵਿਰਲੇ ਥੋੜੇ। ਹੇ ਸੱਚੇ ਪਰਮਾਤਮਾ, ਜਿਹੜੇ ਤੈਨੂੰ ਧਿਆਉਂਦੇ ਨੇ ਉਹ ਤੇ ਥੋੜ੍ਹੇ ਨੇ, ਉਹ ਤੇ ਵਿਰਲੇ ਟਾਵੇਂ ਨੇ। ਜੋ ਮਨ ਚਿੱਤ ਇੱਕ ਅਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ। ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਹੇ ਪਰਮਾਤਮਾ ਤੈਨੂੰ ਅਰਾਧਦੇ ਨੇ, ਤੇਰਾ ਨਾਮ ਜਪਦੇ ਨੇ, ਉਹਨਾਂ ਦੀ ਬਰਕਤ, ਉਹਨਾਂ ਦੀ ਕਮਾਈ ਜਿਹੜੀ ਹੈ ਬੇਅੰਤ ਲੋਕ ਖਾਂਦੇ ਹਨ। ਜਿਵੇਂ ਸੰਤ ਸੁਖਦੇਵ ਸਿੰਘ ਜੀ ਕਹਿੰਦੇ ਮਾਸਟਰ ਜੀ, ਅਸੀਂ ਤਾਂ ਸੰਤ ਈਸ਼ਰ ਸਿੰਘ ਮਹਾਰਾਜ ਦੀ ਕਮਾਈ ਖਾ ਰਹੇ, ਸਾਡੀ ਆਪਣੀ ਇੰਨੀ ਕਮਾਈ ਨਹੀਂ, ਅਸੀਂ ਤਾਂ ਉਹਨਾਂ ਦੀ ਕਮਾਈ ਖਾ ਰਹੇ ਹਾਂ। ਉਹਨਾਂ ਦੀ ਬਰਕਤ ਹੀ ਬਣੇ ਹੋਏ ਨੇ, ਉਹਨਾਂ ਦੀ ਕਿਰਪਾ ਹੁੰਦੀ ਹੈ। ਹੁਣ ਮੇਰੇ ਕੋਲ ਰੋਜ਼ 50-60 ਬੰਦੇ ਆਪਣੇ ਪ੍ਰੋਬਲਮਸ ਲੈ ਕੇ ਆਉਂਦੇ ਨੇ। ਫਿਰ ਸੰਤ ਸੀਤਲ ਸਿੰਘ ਮਹਾਰਾਜ ਮੇਰੇ 'ਤੇ ਕਿਰਪਾ ਕੀਤੀ, ਮੈਂ ਤਾਂ ਉਹਨਾਂ ਦੀ ਕਮਾਈ ਖਾ ਰਿਹਾ। ਉਹਨਾਂ ਕਿਰਪਾ ਕੀਤੀ, ਉਹਨਾਂ ਬਖਸ਼ਿਸ਼ ਕੀਤੀ ਕਿ ਲੈ ਭਾਈ ਅੱਜ ਤੋਂ ਤੂੰ ਇਹ ਕੰਮ ਕਰਨਾ, ਸਾਡੀ ਥਾਂ 'ਤੇ ਤੂੰ ਕਰਨਾ, ਕਿਉਂਕਿ ਇਹ ਮੇਰੀ ਆਪਣੀ ਕਮਾਈ ਨਹੀਂ। ਅਤੇ ਜੇ ਮੈਂ ਹਉਮੈ ਕਰਾਂਗਾ ਤਾਂ ਆਪਣੀ ਬਰਕਤ ਵਾਪਸ ਵੀ ਲੈ ਸਕਦੇ ਨੇ। ਵੀ ਅੱਛਾ ਕੀਤੀ ਤੇਰੇ 'ਤੇ ਮੈਂ ਕਿਰਪਾ, ਅਤੇ ਤੂੰ ਮੈਂ 'ਤੇ ਆ ਗਿਆ ਹਾਂ। ਉਹਨਾਂ ਦੀ ਹੈ। ਦੋਨਾਂ ਨੇ ਇੱਕ ਇੱਕ ਬਖਸ਼ਿਸ਼ ਕੀਤੀ।
ਸੰਤ ਸੁਖਦੇਵ ਸਿੰਘ ਬਖਸ਼ੀ ਕੀਤੀ। ਲਓ ਜੀ ਮਾਸਟਰ ਜੀ, ਜਿੰਨੇ ਵੀ ਤੁਸੀਂ ਧਾਰਮਿਕ ਕਰਮ ਕਰੋਗੇ ਤੁਹਾਨੂੰ ਮਾਇਆ ਦੀ ਕੋਈ ਕਮੀ ਨਹੀਂ ਆਵੇਗੀ, ਪਰ ਸਾਡੀ ਇੱਕ ਸ਼ਰਤ ਹੈ, ਮਾਇਆ ਕਿਸੇ ਤੋਂ ਮੰਗਣੀ ਨਹੀਂ। ਤੇ ਤੁਸੀਂ ਇਸ ਗੱਲ ਦੇ ਗਵਾਹ ਹੋ। ਇਹ ਬਖਸ਼ਿਸ਼ ਹੁੰਦੀ ਹੈ। ਨਹੀਂ ਤਾਂ ਲੋਕ ਪਰਚੀਆਂ ਲੈ ਕੇ, ਕਾਪੀ ਲੈ ਕੇ ਘਰ ਘਰ ਫਿਰਦੇ ਨੇ ਜੀ, ਆ ਚੰਦਾ ਦਿਓ ਜੀ, ਫਲਾਣਾ ਕਰੋ ਜੀ, ਘਰ ਘਰ ਫਿਰਦੇ ਨੇ। ਬਖਸ਼ਿਸ਼ ਹੈ ਬਸ, ਇਹਨੂੰ ਕਹਿੰਦੇ ਬਖਸ਼ਿਸ਼ ਹੈ। ਇੱਕ ਹੁੰਦੀ ਆਪਣੀ ਮਿਹਨਤ, ਉਹ ਹੋਰ ਗੱਲ ਹੁੰਦੀ ਹੈ। ਤੁਸੀਂ ਮਿਹਨਤ ਕਰਕੇ ਜੋ ਕਮਾਈ ਕੀਤੀ ਉਹਨੂੰ ਕੋਈ ਨਹੀਂ ਖੋ ਸਕਦਾ, ਉਹਨੂੰ ਕੋਈ ਵਾਪਸ ਲੈ ਸਕਦਾ, ਉਹ ਤਾਂ ਤੁਹਾਡੀ ਆਪਣੀ ਕਮਾਈ ਹੈ। ਪਰ ਜਿਹੜੀ ਤੁਹਾਡੇ ਦੀ ਕਿਸੇ ਨੇ ਬਖਸ਼ਿਸ਼ ਕੀਤੀ ਹੈ, ਅਗਰ ਤੁਸੀਂ ਹਉਮੈ ਕਰੋਗੇ ਉਹ ਵਾਪਸ ਲੈ ਸਕਦਾ ਹੈ। ਵੀ ਬਖਸ਼ਿਸ਼ ਤਾਂ ਮੈਂ ਤੇਰੇ 'ਤੇ ਕੀਤੀ ਤੇ ਤੂੰ ਹਉਮੈ ਕਰਦਾ ਹੈ, ਮੇਰੇ 'ਚ ਗੁਣ ਹੈ ਜੀ, ਉਹ ਵਾਪਸ ਲੈ ਸਕਦੇ। ਸੋ ਤਾਂ ਕਹਿੰਦੇ ਉਹਨਾਂ ਦੀ ਬਰਕਤ, ਉਹਨਾਂ ਦੀ ਬਦੌਲਤ ਜਾਂ ਉਹਨਾਂ ਦੀ ਕਮਾਈ ਅਨੇਕਾਂ ਹੀ ਲੋਕ ਖਾਂਦੇ ਨੇ। ਅਸੰਖ ਹੁੰਦਾ, ਗਿਣਤੀ ਤੋਂ ਰਹਿਤ, ਬੇਅੰਤ, ਕਰੋੜਾਂ। ਤੁਧ ਨੂੰ ਸਭ ਧਿਆਇਂਦੀ, ਸੇ ਥਾਈਂ ਪਏ ਜੋ ਸਾਹਿਬ ਲੋੜੇ। ਹੇ ਪਰਮਾਤਮਾ, ਸਾਰੀ ਲੁਕਾਈ ਤੈਨੂੰ ਧਿਆਉਂਦੀ ਹੈ, ਪਰ ਜਿਹੜੇ ਪਰਮਾਤਮਾ ਨੂੰ ਚਾਹੀਦੇ ਨੇ ਨਾ, ਉਹਨਾਂ ਦੀ ਕਮਾਈ ਥਾਂ ਪੈਂਦੀ ਹੈ, ਦੂਜੀ ਥਾਂ ਨਹੀਂ ਪੈਂਦੀ। ਨਾਮ ਤੇ ਸਾਰੇ ਜਪਦੇ ਨੇ, ਪ੍ਰਾਪਤੀ ਕਿਸੇ ਕਿਸੇ ਨੂੰ ਹੁੰਦੀ ਹੈ। ਨਾਮ ਸਾਰੇ ਜਪਦੇ ਨੇ, ਰਿਧੀਆਂ ਸਿੱਧੀਆਂ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀਆਂ ਨੇ। ਜੋ ਪਰਮਾਤਮਾ ਜਿਨ੍ਹਾਂ ਨੂੰ ਚਾਹੁੰਦਾ ਹੈ ਉਹਨਾਂ ਦੀ ਕਮਾਈ ਥਾਂ ਪੈਂਦੀ, ਕਬੂਲ ਹੋ ਜਾਂਦੀ ਹੈ। ਥਾਂ ਪੈਣਾ ਹੁੰਦਾ, ਕਬੂਲ ਹੋ ਜਾਣਾ। ਨਾਮ ਤੇ ਸਾਰੇ ਹੀ ਜਪ ਰਹੇ ਨੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਣ ਦੇ, ਸੇ ਮੂਏ ਮਰ ਜੰਮੇ ਕੋੜੇ। ਜਿਹੜੇ ਗੁਰੂ ਦੀ ਸੇਵਾ ਕੀਤੇ ਬਿਨਾਂ ਖਾਂਦੇ ਪੀਂਦੇ ਹਨ, ਉਹ ਤੇ ਕਹਿੰਦੇ ਕੋੜੀ ਹਨ। ਉਹ ਤੇ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਓਏ ਹਾਜ਼ਰ ਮਿੱਠਾ ਬੋਲਦੇ, ਜਦੋਂ ਦੇ ਸਾਹਮਣੇ ਹੁੰਦੇ ਨੇ ਉਹ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ, ਬਾਹਰ ਤੇ ਜਦੋਂ ਪਿੱਠ ਪਿੱਛੇ ਵਿਸ਼ ਕੱਢੇ ਮੁਖ ਘੋਲੇ। ਵਿਸ਼ ਸੰਸਕ੍ਰਿਤ ਦਾ ਸ਼ਬਦ ਹੈ। ਤੁਸੀਂ ਕਿ ਸੱਸੇ ਔਂਕੜ ਲੱਗਿਆ ਹੋਇਆ, ਹਿੰਦੀ 'ਚ ਔਂਕੜ ਨਾਲ ਹੀ ਹੈ। ਜਿਵੇਂ ਹਿੰਦੀ ਦਾ ਸ਼ਬਦ ਹੈ ਵਸਤੂ, ਵਾਹ ਸੱਸਾ ਤੱਤੇ ਔਂਕੜ। ਆਪਾਂ ਗੁਰਬਾਣੀ 'ਚ ਨੂੰ ਵਸਤ ਪੜ੍ਹਦੇ ਹਾਂ, ਹਾਲਾਂਕਿ ਵਸਤ ਇਸਤਰੀ ਲਿੰਗ ਹੈ, ਪਰ ਫਿਰ ਤੱਤੇ ਔਂਕੜ ਲੱਗਾ ਹੁੰਦਾ। ਗੁਰਬਾਣੀ 'ਚ ਤੱਤੇ ਔਂਕੜ ਲੱਗਾ, ਆਪਾਂ ਉਸ ਨੂੰ ਵਸਤ ਪੜ੍ਹਦੇ ਹਾਂ, ਇਸਤਰੀ ਲਿੰਗ ਸਮਝ ਕੇ ਵਸਤੂ। ਇਸੇ ਤਰੀਕੇ ਹੈ ਇਸਤਰੀ ਲਿੰਗ, ਵਿਸ਼ ਜ਼ਹਿਰ ਨੂੰ ਕਹਿੰਦੇ ਨੇ, ਪਰ ਹਿੰਦੀ ਦੇ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਹੁੰਦਾ ਹੈ, ਤਾਂ ਕਰਕੇ ਔਂਕੜ ਰਹਿਣ ਦਿੱਤਾ ਹੈ, ਪਰ ਬੋਲਦੇ ਨਹੀਂ। ਵਿਸ਼ ਕੱਢੇ ਮੁਖ ਘੋਲੇ। ਕਦੇ ਫਿਰ ਜੇ ਬਾਹਰ ਜੇ ਜਾਂਦੇ ਨੇ, ਕਹਿੰਦਾ ਐਂ ਜਿਵੇਂ ਜ਼ਹਿਰ ਘੋਲ ਕੇ ਮੂੰਹ 'ਚੋਂ ਕੱਢਦੇ ਨੇ, ਭਾਵ ਨਿੰਦਿਆ ਕਰਦੇ ਨੇ। ਫਿਰ ਮੂੰਹ 'ਤੇ ਮਿੱਠਾ ਬੋਲਦੇ ਨੇ, ਪਿੱਠ ਪਿੱਛੇ ਨਿੰਦਿਆ ਕਰਦੇ ਨੇ। ਮਨ ਖੋਟੇ ਦਈ ਵਿਛੋੜੇ। ਜਿਨ੍ਹਾਂ ਦੇ ਮਨ 'ਚ ਖੋਟ ਸੀ ਨਾ, ਪਰਮਾਤਮਾ ਨੇ ਉਹਨਾਂ ਨੂੰ ਆਪਣੇ ਤੋਂ ਵਿਛੋੜ ਹੀ ਦਿੱਤਾ। ਜੋ ਦਫਾ ਹੋ ਕੇ ਵਿਛੜ ਕੇ ਪਰਮਾਤਮਾ ਦਾ। ਸ਼ਲੋਕ ਮਹਿਲਾ ਚੌਥਾ। ਮਾਲ ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਪੈਣਾ। ਮਾਲ ਜੂਈ, ਈੜੇ ਨੂੰ ਬਿਹਾਰੀ ਬਿੰਦੀ, ਜੂਈ ਜੂਆਂ ਨਾਲ। ਮਲ ਮੈਲ ਨਾਲ, ਜੂਆਂ ਨਾਲ ਭਰਿਆ ਨੀਲਾ ਕਾਲਾ ਖਿਦੋਲੜਾ। ਖਿਦੋਲੜਾ ਭਾਵ ਰਜਾਈ। ਤਿੰਨ ਬੇਮੁਖ, ਬੇਮੁਖੈ ਨੂੰ ਪਾਇਆ। ਕਹਿੰਦਾ ਬੇਮੁਖ ਨੇ ਦੂਜੇ ਬੇਮੁਖ ਨੂੰ ਨੀਲੇ ਕਾਲੇ ਰੰਗ ਦੀ ਰਜਾਈ ਦਿੱਤੀ ਉੱਪਰ ਲੈਣ ਨੂੰ।
ਜਿਹੜੀ ਕਿ ਜੂਆਂ ਅਤੇ ਮੈਲ ਨਾਲ ਭਰੀ ਹੋਈ ਸੀ। ਇਹੋ ਜਿਹਾ ਨੂੰ ਪਾਸ ਨ ਦੇਈ ਕੋਈ ਬਹਿਣ ਜਗਤ ਮੈਂ। ਸੰਸਾਰ 'ਚ ਕੋਈ ਇਹੋ ਜਿਹੇ ਗੰਦੇ ਮੰਦੇ ਨੂੰ ਆਪਣੇ ਨੇੜੇ ਬਹਿਣ ਨਹੀਂ ਦਿੰਦਾ। ਗੂ ਇਹ ਫਾਰਸੀ ਦਾ ਸ਼ਬਦ ਹੈ। ਫਾਰਸੀ ਜਿਹਦਾ ਉਚਾਰਨ ਹੈ ਗੂ, ਪੰਜਾਬੀ ਜਿਹਦਾ ਉਚਾਰਨ ਹੈ ਗੂੰ, ਟੱਟੀ ਜਿਹਨੂੰ ਕਹਿੰਦੇ। ਇਸ ਨੂੰ ਤੁਸੀਂ ਗੂ ਵੀ ਪੜ੍ਹ ਸਕਦੇ ਹੋ, ਗੂੰ ਵੀ ਪੜ੍ਹ ਸਕਦੇ ਹੋ। ਗੂ ਪੜ੍ਹੋਗੇ ਤਾਂ ਫਾਰਸੀ ਦਾ ਹੈ ਟੱਟੀ, ਗੂੰ ਪੜ੍ਹੋਗੇ ਤਾਂ ਪੰਜਾਬੀ ਦਾ ਹੈ। ਪਾੜ ਹੁੰਦਾ ਡਿੱਗਣਾ, ਗੂੰ ਵਿੱਚ ਡਿੱਗਣਾ, ਗੰਦਗੀ ਵਿੱਚ ਡਿੱਗਣਾ। ਸਗਵੀਂ ਸਗੋਂ ਹੋਰ ਮਲ ਲਾਏ ਮਨਮੁਖ ਆਇਆ। ਕਿ ਜਿਹੜਾ ਮਨਮੁਖ ਹੈ ਐ ਸਮਝੋ ਵੀ ਗੂੰ 'ਚ ਡਿੱਗਿਆ ਹੋਇਆ ਹੈ ਅਤੇ ਸਗੋਂ ਹੋਰ ਮੈਲ ਲਾ ਕੇ ਆ ਗਿਆ ਹੈ। ਭਾਵ ਮਾੜੇ ਕੰਮ ਕਰਦਾ ਹੈ, ਗੰਦੇ ਕੰਮ ਕਰਦਾ ਹੈ, ਪਹਿਲਾਂ ਨਾਲੋਂ ਵੀ ਗੰਦਾ ਹੋ ਜਾਂਦਾ ਹੈ। ਪਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ। ਬੇਮੁਖ ਨੂੰ ਭੇਜਿਆ ਵੀ ਜਾਂ ਤੂੰ ਨਿੰਦਿਆ ਕਰ, ਜਾਂ ਤੂੰ ਚੁਗਲੀ ਕਰ। ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਆਪਣਾ ਵੀ ਉਹਦਾ ਮੂੰਹ ਕਾਲਾ ਕਰ, ਜਿਹਨੇ ਭੇਜਿਆ ਸੀ ਉਹਦਾ ਵੀ ਉਹ ਦੋਨਾਂ ਬੇਮੁਖਾਂ ਦਾ। ਸਗੋਂ ਉੱਥੇ ਮੂੰਹ ਕਾਲਾ ਕਰਾ ਕੇ ਆਇਆ। ਨਿੰਦਿਆ ਕਰ ਰਿਹਾ, ਚੁਗਲੀਆਂ ਕਰ ਰਿਹਾ ਹੈ। ਤੜ ਹੁੰਦਾ ਤੁਰੰਤ। ਤੜ ਸੁਣਿਆ ਸ਼ਬਦ ਜਗਤ ਵਿੱਚ ਭਾਈ। ਸਾਰੇ ਸੰਸਾਰ 'ਚ ਇੱਕਦਮ ਪਤਾ ਲੱਗ ਗਿਆ। ਬੇਮੁਖ ਸਣੇ ਨਫਰੈ। ਸਣੇ ਹੁੰਦਾ ਸਮੇਤ, ਨਫਰ ਫਾਰਸੀ ਦਾ ਸ਼ਬਦ ਹੈ ਨੌਕਰ। ਨਫਰ ਨੌਕਰ ਨੂੰ ਕਹਿੰਦੇ ਫਾਰਸੀ। ਬੇਮੁਖ ਸਣੇ ਨਫਰੈ। ਪੌਲੀ ਹੁੰਦਾ ਛਿੱਤਰ, ਜੁੱਤੀ ਪਾਉਂਦੀ। ਜਦੋਂ ਫਿਰ ਜੁੱਤੀਆਂ ਪੈਂਦੀਆਂ ਨੇ ਨਾ, ਨੌਕਰ ਨੂੰ ਵੀ ਪੈਂਦੀਆਂ ਅਤੇ ਇਹਨੂੰ ਮਾਲਕ ਨੂੰ ਵੀ ਪੈਂਦੀਆਂ। ਫਾਵਾ ਹੋਏ ਕੇ ਕਮਲਾ ਹੋ ਕੇ ਉੱਠ ਘਰ ਆ, ਵਾਪਸ ਘਰ ਆ ਜਾਂਦਾ। ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੈ। ਸੰਗਤ ਵੀ ਉਹਨੂੰ ਕੋਈ ਥਾਂ ਨਹੀਂ ਦਿੰਦਾ, ਕੁੜਾ ਵੀ ਉਹਨੂੰ ਆਪਣੇ ਘਰ ਨਹੀਂ ਰੱਖਦੇ। ਫਿਰ ਕੀ ਦਾ ਤਾਂ ਵਹੁਟੀ ਭਤੀਜੀ। ਜੇ ਭਤੀਜੀ ਹੁੰਦਾ ਤਾਂ ਇਸਤਰੀ ਲਿੰਗ ਹੋਣਾ ਸੀ। ਭਤੀਜੀ ਭਤੀਜਿਆਂ ਨੇ, ਫਿਰ ਘਰ ਵਾਲੀ ਨੇ ਅਤੇ ਭਤੀਜਿਆਂ ਨੇ, ਫਿਰ ਆਣ ਘਰ ਪਾਇਆ, ਉਹਨੂੰ ਘਰ ਲੈਂਦਾ। ਹਲਤ ਪਲਤ ਦੋਵੇਂ ਗਏ। ਲੋਕ ਪ੍ਰਲੋਕ ਦੋਨੋਂ ਹੀ ਖਰਾਬ ਹੋ ਗਏ ਉਹਦੇ। ਨਾਮ ਜਪਿਆ ਨਹੀਂ, ਨਿੰਦਾ ਕਰਦੇ ਰਹੇ, ਚੁਗਲੀ ਕਰਦਾ ਰਿਹਾ। ਨਿਤ ਭੁੱਖਾ ਕੂਕੇ ਤਿਹਾਇਆ, ਅਤੇ ਹਮੇਸ਼ਾ ਭੁੱਖ ਅਤੇ ਪਿਆਸ ਨਾਲ ਕੂਕਦਾ ਰਹਿੰਦਾ ਹੈ। ਭੁੱਖਾ ਪਿਆਸਾ ਰਹਿੰਦਾ ਹੈ। ਭਾਵ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ ਉਸਦੀ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ। ਇਹਨੂੰ ਧਨ ਧਨ ਨਹੀਂ ਪੜ੍ਹਨਾ। ਧਨ ਰੁਪਇਆ ਪੈਸਾ ਹੁੰਦਾ ਹੈ। ਧਨ ਜਿਵੇਂ ਆਪਾਂ ਕਹਿੰਦੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬੈ ਆਪ ਕਰਾਇਆ। ਜੇ ਨਿਆਉ ਪੜ੍ਹੋਗੇ ਤਾਂ ਫਾਰਸੀ ਹੈ, ਨਿਆਉ ਪੜ੍ਹੋਗੇ ਤਾਂ ਪੰਜਾਬੀ ਹੁੰਦਾ ਨਿਆਂ ਜਿਹਨੂੰ ਕਹਿੰਦੇ ਨੇ। ਪਰਮਾਤਮਾ ਜੋ ਕਰਤਾ ਪੁਰਖ ਹੈ ਉਹ ਧਨ ਹੈ। ਉਹਨੇ ਫਿਰ ਆਪ ਪਰਮਾਤਮਾ ਨੇ ਬਹਿ ਕੇ ਨਿਆਂ ਕੀਤਾ। ਨਿਆਂ ਕੀਤਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ। ਜਿਹੜਾ ਪੂਰੇ ਗੁਰੂ ਦੀ ਨਿੰਦਿਆ ਕਰਦਾ ਹੈ ਸੋ ਸਾਚਾ ਮਾਰ ਪਹੁੰਚਾਇਆ। ਪਰਮਾਤਮਾ ਨੂੰ ਮਾਰ ਮਾਰ ਕੇ ਖੁਆਰ ਕਰਦਾ, ਭਾਵ ਦੁਖੀ ਕਰਦਾ। ਉਸ ਨੂੰ ਪਹੁੰਚਾਇਆ ਹੁੰਦਾ ਦੁਖੀ ਕਰਨਾ, ਖੁਆਰ ਕਰਨਾ। ਇਹ ਅੱਖਰ ਤਿੰਨ ਆਖਿਆ। ਇਹ ਗੱਲ ਕਿਸੇ ਨੇ ਕਹੀ। ਜਿਨ ਜਗਤ ਸਭ ਉਪਾਇਆ, ਜਿਹੜੇ ਸਾਰਾ ਸੰਸਾਰ ਪੈਦਾ ਕੀਤਾ, ਉਹਨੇ ਕਹਿੰਦੇ ਗੱਲ ਕਹੀ ਹੈ।
महला चौथा। साहिब जिसका नंगा भुखा होवे, तिस दा नफर कित्थों रज खाए। जिहदा मालक ही नंगा भुखा है, उहदा नौकर कित्थों रज के खाएगा। नफर नौकर फारसी का शब्द है। जिहदा साहिब ही मालक ही नंगा भुखा है, उहदा नौकर कित्थों रज के खाएगा। जे साहिब कै घर वथ होवे, जिहड़ी चीज़ मालक दे घर होवेगी, सो नफरै हथ आवे, ਉਹੀ नौकर ਨੂੰ मिलेगी ना। अणहुंदी कित्थों पाए। ਜਿਹੜੀ चीज़ मालक दे घर च ही नहीं, वो नौकर कित्थों लएगा, कित्थों लएगा। जिस दी सेवा कीती फिर लेखा मंगीए, जिहदी सेवा कीतियां फिर भी कर्मां दा हिसाब किताब मंगिया जाना ना, सा सेवा औखी होए। वो तो फिर सेवा करनी ਉਂਝ ही औखा काम है। नानक सेवा करो हार गुर सफल दर्शन की। जे सेवा ही करनी है, हरि दी करो, गुरु दी करो, जिहदे दर्शन फल देने वाले हैं, उहदी सेवा करो। फिर लेखा मंगे न कोई, फिर तुहाडे तो कोई लेखा नहीं मंगेगा। सो भाई सेवा कदे गुरु दी करो, सिमरन करना परमात्मा दा करो, फिर तुहाडे तो कोई कर्मां दा हिसाब किताब नहीं मंगेगा। पौड़ी। नानक विचारें संत जन, चार वेद कहंदे। ਉਂਝ ਤਾਂ है कहंदे, असल उच्चारण है कहंदे, क्योंकि हाहे तो पहला कर कक्का है, कक्का मुक्ता है, लागे दिलावा, हाहे की टिप्पी नाल बन गई बिंदी, कहंदे। पर अगे जिहड़ा भगत मुख है ते बोलदे से वचन हवंदे, वो हवंदे ही पढ़ना पैना। इसलिए कविता जोड़ने सानू ये जिहड़ा कहंदे पढ़ना पैना। कहंदे इसलिए पढ़ना पैना कि उदों अगे हवंदे, इस करके ਉਂਝ उच्चारण कहंदे। नानक विचारै संत जन, संत जनां दा भी यही विचार है। चार वेद कहंदे, चार वेद भी यही कहिंदे ने कि भगत मुखै ते बोलदे से वचन होंदे। भगत जो मूँह चों बोलदे ने वचन दा, वो गल जिहड़ी सच होवे वो सच हो जाती है। भगत जो मूँह चों बोलता उन्हें सच हो जाना। प्रगट पहारा जापदा सब लोग सुनते। पहारा संसार नूं कहंदे ने। जापदा दा पता लग जाना, सारे संसार नूं पता लग जाए भी भगत है। सब लोग सुनते, सारे इस गल नूं सुनते ने भगत है, सब नूं पता लगदा। क्योंकि भजन बंदगी कदे लुकी नहीं रहिंदी, इन्हें एक दिन ना एक दिन प्रगट होना ही होना है। सुख न पाइन मुगध नर, संत नाल खहंदे। ਉਂਝ उच्चारण खहंदे, असल उच्चारण की है खहंदे। पर तुकांत जोड़न लई सानू इत्थे खहंदे पढ़ना पैना। मुगध हुंदा महामूर्ख। नर व्यक्ति, ਉਹ ਵਿਅਕਤੀ ਮਹਾਂਮੂਰਖਾਂ ਨੂੰ, ਉਹਨਾਂ ਨੂੰ ਸੁੱਖ ਨਹੀਂ ਮਿਲਦਾ ਜਿਹੜੇ ਸੰਤਾਂ ਨਾਲ ਵੈਰ ਰੱਖਦੇ ਨੇ, ਜਿਹਨਾਂ ਨਾਲ ਕਹਿੰਦੇ ਨੇ ਉਹਨਾਂ ਵੈਰ ਰੱਖਦੇ ਨੇ, ਝਗੜਾ ਕਰਦੇ ਉਹਨਾਂ ਨਾਲ। ਓਏ ਲੋਚਨ ਉਹਨਾਂ ਗੁਣਾਂ ਨੂੰ, ਓਏ ਅਹੰਕਾਰ ਛੱਡਣ ਦੇ। ਜਿਹੜੇ ਭਗਤ ਨੇ ਉਹ ਤਾਂ ਚਾਹੁੰਦੇ ਆਪਣੇ ਗੁਣ ਪੈਦਾ ਕਰਨੇ, ਜਿਹੜੇ ਇਹ ਨਿੰਦਕ ਨੇ ਅਹੰਕਾਰ ਛੱਡਦੇ, ਉਹ ਹੰਕਾਰ ਛੱਡਦੇ ਰਹਿੰਦੇ ਨੇ। ਬਣ ਸਕਦੇ ਨਹੀਂ ਉਹ ਭਗਤ, ਪਰ ਈਰਖਾ ਕਰਦੇ ਨੇ। ਕਈ ਲੋਕਾਂ 'ਚ ਜਿਹਦੀ ਈਰਖਾ ਕਰਦੇ ਨੇ ਉਹਦੇ ਵਰਗੇ ਗੁਣ ਨਹੀਂ ਹੁੰਦੇ। ਗੁਣ ਨਾ ਹੋਣ ਕੇ ਫਿਰ ਈਰਖਾ ਕਰਦੇ ਨੇ, ਮਨ ਨੂੰ ਝੂਠੀ ਤਸੱਲੀ ਦਿੰਦੇ।
ਜਿਵੇਂ ਕਹਿੰਦੇ ਉਹ ਬਾਬਿਆਂ ਨੇ ਲਿਖਿਆ ਪੰਜਾਬ ਦੀ ਸਭ ਤੋਂ ਖੂਬਸੂਰਤ ਕਾਰ ਪਾਰਕਿੰਗ, ਦੂਜਾ ਕਹਿੰਦਾ ਮੈਨੂੰ ਤਾਂ ਇਹ ਤੋਂ ਵੱਧ ਖੂਬਸੂਰਤ ਵਿਖਾ ਦੇ। ਤੈਨੂੰ ਜੇ ਤਕਲੀਫ ਹੈ ਇਹ ਤੋਂ ਵੱਧ ਮੈਨੂੰ ਖੂਬਸੂਰਤ ਕੋਈ ਪਾਰਕਿੰਗ ਵਿਖਾ ਦੇ, ਮੈਂ ਮੰਨ ਜਾਵਾਂਗਾ। ਮੈਂ ਬਾਬਾ ਜੀ ਨੂੰ ਕਹਿ ਦਾਂਗਾ ਵੀ ਇਹ ਵਿੱਚੋਂ ਕੱਟ ਦਿਓ ਜੀ, ਫਿਰ ਚੁੱਪ। ਤਕਲੀਫ ਹੈ ਵੀ ਹਾਂਜੀ ਵੀ ਲਿਖਿਆ ਜੀ ਪੰਜਾਬ ਦੀ ਸਭ ਤੋਂ ਖੂਬਸੂਰਤ ਕਾਰ ਪਾਰਕਿੰਗ। ਮੈਂ ਹਾਂ, ਜੇ ਕੋਈ ਤਾਂ ਵਧੀਆ ਤਾਂ ਉਹ ਕਹਿੰਦਾ ਜੇ ਤਾਂ ਵਧੀਆ ਤਾਂ ਮੈਨੂੰ ਵਿਖਾ ਦੇ, ਫਿਰ ਚੁੱਪ। ਬਸ ਉਂਝ ਹੀ ਤਕਲੀਫ ਹੈ, ਹੋਈ ਜਾ। ਅਜੇ ਤਾਂ ਵਿੱਚ ਮੀਂਹ ਪੈਣ ਲੱਗਿਆ, ਜੋ ਮੈਂ ਕਰਨਾ ਚਾਹੁੰਦਾ ਸੀ ਫਿਰ ਵਿੱਚ ਸਾਡਾ ਰਹਿ ਗਿਆ। ਕੋਈ ਬਰਸਾਤਾਂ ਸ਼ੁਰੂ ਮਹੀਨਾ 2 ਮਹੀਨੇ ਕੁਣੀ ਕੁਣੀ ਪਈ ਗਈ। ਥੋੜੀ ਗਰਮੀਆਂ ਆ ਲੈਣ ਫਿਰ ਹੋਰ ਕਰੂੰਗਾ। ਫਿਰ ਆਇਆ ਕਰੋਗੇ ਸ਼ਾਮ ਨੂੰ ਉੱਥੇ ਸੈਰ ਕਰਨ। ਬਹੁਤ ਸਾਰੀ ਬੀਬੀਆਂ ਆ ਜਾਂਦੀਆਂ, ਜੇ ਤਾਂ ਮੈਂ ਹੋਵਾਂ ਸੰਗ ਜਾਂਦੀਆਂ ਨੇ, ਮੈਂ ਨਾ ਹੋਵਾਂ ਫਿਰ ਉਹ ਸਾਡਾ ਨੌਕਰ ਕਹਿੰਦਾ ਹੁੰਦਾ ਇਹ ਬੀਬੀ ਇੱਥੇ ਲੈ ਕੇ ਆ ਕੇ ਸੈਲਫੀ ਖਿੱਚਦੀਆਂ ਜੀ। ਹਾਂ ਕਿਆ ਵਧੀਆ ਕਿ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਭੇਜੀ ਇਹਦੇ ਸਾਰੇ ਮੂਵੀ ਬਣਾ ਕੇ, ਸਮਝ ਹੀ ਨਾ ਆਵੇ ਇਹ ਕਿੱਥੇ ਥਾਂ ਇਹ। ਮੈਂ ਜੀ ਅਸੀਂ ਨਾ ਧਰਤੀ 'ਤੇ ਸਵਰਗ ਉਤਾਰਿਆ ਵੀ ਮਰਨ ਤੋਂ ਬਾਅਦ ਪਰ ਜਾਣਾ ਕਿ ਨਹੀਂ ਜਾਣਾ। ਹਾਂ ਇੱਥੇ ਹੀ ਸਵਰਗ ਬਣਾ ਲਓ ਆਪਣਾ, 5-10 ਮਿੰਟ ਘੁੰਮੋ ਫਿਰ ਸਵਰਗ ਦਾ ਆਨੰਦ ਮਾਣੋ। ਜੋ ਮੈਂ ਜਾਂਦਾ ਸੈਰ ਸੁਰ ਕਰਨ, ਨੌਕਰ ਫੁਹਾਰੇ ਚਲਾਉਂਦਾ ਹੈ, ਫੁਹਾਰੇ ਚਲਾਉਂਦਾ ਆਪਣਾ, ਨਾਲੇ ਸੈਰ ਕਰੀ ਜਾਓ ਨਾਲੇ ਦ੍ਰਿਸ਼ ਵੇਖੋ। ਕੋਸ਼ਿਸ਼ ਤਾਂ ਇਹੀ ਵੀ ਇੱਥੇ ਸਵਰਗ ਬਣਾ ਲਓ। ਇਸ ਕਰ ਦੀ ਗੱਲ ਮਨ 'ਚ ਸਕੀਮ ਹੋਣੀ ਚਾਹੀਦੀ, ਕੋਲ ਮਾਇਆ ਹੋਣੀ ਚਾਹੀਦੀ। ਮਾਇਆ ਦੀ ਤਾਂ ਕਮੀ ਕੋਈ ਨਹੀਂ, ਬਾਬਾ ਜੀ ਨੇ ਕਹਿਤਾ ਵੀ ਤੇਰੀ ਮਾਇਆ ਦੀ ਤਾਂ ਕਮੀ ਕੋਈ ਨਹੀਂ ਆਏਗੀ, ਗੱਲ ਖਤਮ ਹੋ ਗਈ। ਹੁਣ ਤਾਂ ਉਹ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਵੀ ਕੋਈ ਕਮੀ ਆਵੇਗੀ। ਕਈ ਕਹਿੰਦੇ ਜੇ ਅਸੀਂ ਨਾਂ ਦੇਈਏ ਕਿੱਥੋਂ ਆ ਜਾਏਗੀ ਮਾਇਆ। ਮੈਂ ਤੂੰ ਨਾਂ ਦੇ ਹੋਰ ਬੜੇ ਨੇ, ਮੈਂ ਤੂੰ ਨਾਂ ਦੇ ਹੋਰ ਬੜੇ ਨੇ। ਦਾਨੀ ਮੁੱਕ ਨਹੀਂ ਗਏ। ਜਦੋਂ ਅਗਲਾ ਵੇਖਦਾ ਵੀ ਸਾਡਾ ਪੈਸਾ ਸਹੀ ਥਾਂ 'ਤੇ ਲੱਗ ਰਿਹਾ, ਮੈਂ ਦਾਨੀਆਂ ਦੀ ਕੋਈ ਕਮੀ ਨਹੀਂ ਹੁੰਦੀ। ਸਿਰਫ ਪੈਸੇ ਲਾਉਣ ਵਾਲੇ ਦੀ ਨੀਅਤ ਠੀਕ ਹੋਣੀ ਚਾਹੀਦੀ ਵੀ ਸੰਗਤ ਦਾ ਪੈਸਾ ਸੰਗਤ ਦੇ ਭਲੇ ਲਈ ਲੱਗਣਾ ਚਾਹੀਦਾ ਹੈ ਬਸ। ਅਤੇ ਅਸੀਂ ਲਾ ਰਹੇ ਇੰਨੇ ਸਾਲਾਂ ਤੋਂ, ਤੁਹਾਡੇ ਸਾਰਾ ਕੁਝ ਸਾਹਮਣੇ ਹੀ ਹੈ। ਇਸ ਲਈ ਕਰਦੇ ਰਹਿਣਾ ਬਸ। ਇਹ ਸੰਸਾਰ ਹੈ, ਕਹਿੰਦੇ ਆਰੀ ਨੂੰ ਇੱਕ ਪਾਸੇ ਦਿੰਦੇ ਹੁੰਦੇ, ਸੰਸਾਰ ਨੂੰ ਦੋਨੋਂ ਪਾਸੇ ਹੁੰਦੇ ਨੇ। ਗੁਰੂ ਮਹਾਰਾਜ ਕਹਿੰਦੇ ਓਏ ਲੋਚਨ ਉਹਨਾਂ ਗੁਣਾਂ ਨੂੰ, ਓਏ ਅਹੰਕਾਰ ਛੱਡਣ ਦੇ। ਕੁਝ ਗੁਣਾਂ ਨੂੰ ਚਾਹੁੰਦੇ ਨੇ, ਕੁਝ ਵਿਚਾਰੇ ਅਹੰਕਾਰ 'ਚ ਸੜਦੇ ਰਹਿੰਦੇ। ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਉਹ ਕਰਨ ਵੀ ਕੀ, ਧੁਰੋਂ ਹੀ ਮਾੜੀ ਕਿਸਮਤ ਲਿਖਾ ਕੇ ਲਿਆਏ ਨੇ। ਇਸ ਲਈ ਨਿੰਦਿਆ ਕਰਦੇ ਰਹਿੰਦੇ ਨੇ, ਈਰਖਾ ਕਰਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ। ਧੁਰੋਂ ਭੈੜੀ ਕਿਸਮਤ ਲਿਖਾ ਕੇ ਲਿਆਏ ਨੇ। ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ। ਜਿਨ੍ਹਾਂ ਨੂੰ ਪਰਮਾਤਮਾ ਹੀ ਮਾਰ ਦੇਵੇ ਪਾ, ਜਿਨ੍ਹਾਂ ਨੂੰ ਪਰਮਾਤਮਾ ਹੀ ਸਜ਼ਾ ਦੇ ਦੇ, ਸੇ ਕਿਸੇ ਨਾ ਸੰਦੇ। ਉਹ ਕਿਸੇ ਦੇ ਵੀ ਨਹੀਂ ਬਣਦੇ, ਉਹ ਕਿਸੇ ਦੇ ਵੀ ਨਹੀਂ ਬਣਦੇ। ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਛੰਦੇ। ਉਹ ਨਿਰਵੈਰਾਂ ਨਾਲ ਵੈਰ ਕਰਦੇ ਨੇ ਅਤੇ ਧਾਰਮਿਕ ਨਿਆਂ ਅਨੁਸਾਰ ਫਿਰ ਉਹ ਪਚੰਦੇ, ਉਹ ਖੁਆਰ ਹੁੰਦੇ ਰਹਿੰਦੇ ਹਨ। ਉਹ ਖੁਆਰ ਹੁੰਦੇ ਰਹਿੰਦੇ। ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ। ਜਿਸ ਨੂੰ ਕਿਸੇ ਸੰਤ ਨੇ ਸ਼ਰਾਪ ਦਿੱਤਾ ਬਸ ਉਹ ਭਟਕਦੇ ਰਹਿੰਦੇ ਨੇ, ਉਹ ਭਟਕਦੇ ਰਹਿੰਦੇ ਨੇ। ਕਿਉਂਕਿ ਮੂੰਹੋਂ ਬੋਲਤਾ ਬਸ। ਸਧਾਰਨ ਬੰਦੇ ਦਾ ਗੱਲ ਛੱਡੋ, ਕਿੱਥੇ ਕ੍ਰਿਸ਼ਨ ਭਗਵਾਨ, ਉਹਨਾਂ ਦਾ ਲੜਕਾ ਸੁੰਭ ਸੀ, ਸੋਹਣਾ ਸੀ, ਅਜੇ ਮੁੰਡਾ ਸੀ। ਕੁਝ ਮੁੰਡੇ ਰਲ ਗਏ। ਕ੍ਰਿਸ਼ਨ ਭਗਵਾਨ ਨੇ ਬਹੁਤ ਵੱਡਾ ਯੱਗ ਕੀਤਾ ਹੋਇਆ ਸੀ, ਵੱਡੇ ਵੱਡੇ ਸਾਧੂ ਸੱਦੇ ਹੋਏ ਸਨ ਸਾਰੇ।
3 ਦਿਨਾਂ ਤੋਂ ਯੱਗ ਚੱਲ ਰਿਹਾ ਸੀ। ਲੜਕਿਆਂ ਨੇ ਕੀ ਕੀਤਾ, ਕ੍ਰਿਸ਼ਨ ਮਹਾਰਾਜ ਦੇ ਲੜਕੇ ਦੇ ਢਿੱਡ 'ਤੇ ਇੱਕ ਵੱਡੀ ਸਾਰੀ ਬਾਟੀ ਬਣਤੀ, ਉੱਤੇ ਕੱਪੜਾ ਬੰਨ੍ਹਤਾ, ਉੱਤੋਂ ਦੀ ਜਨਾਨੀਆਂ ਵਾਲੇ ਕੱਪੜੇ ਪਾਤੇ ਵੀ ਦੇਖਣ ਨੂੰ ਪ੍ਰੈਗਨੈਂਟ ਲੱਗੇ ਵੀ ਬੱਚਾ ਹੋਣ ਵਾਲਾ ਹੈ। 10-12 ਰਲ ਕੇ ਪਹਿਲੇ ਸਾਧੂ ਕੋਲੇ ਚਲੇ ਗਏ। ਮਹਾਰਾਜ ਜੀ, ਮਹਾਰਾਜ ਜੀ, ਔਰ ਬੱਚੇ ਕਿਵੇਂ ਆਏ ਹੋ? ਇਹ ਸਾਡੀ ਸਹੇਲੀ ਹੈ ਜੀ। ਕੋਈ ਸਹੇਲੀਆਂ ਬਣ ਗਈਆਂ ਨਾ ਜਨਾਨੀਆਂ ਹੋਰਾਂ ਨੇ ਕੱਪੜੇ ਪਾ। ਇਹ ਦੱਸੋ ਇਹਦੇ ਲੜਕਾ ਹੋਊ ਕਿ ਲੜਕੀ ਹੋਊ? ਉਹ ਕਹਿੰਦੇ ਚਲੋ ਚਲੋ ਬੱਚਿਓ, ਸਾਧੂ ਨੂੰ ਮਖੌਲ ਨਹੀਂ ਕਰੀਦਾ। ਅਗਲੇ ਕੋਲੇ ਚਲੇ ਗਏ, ਉਹ ਵੀ ਚਲੋ ਚਲੋ ਬੱਚਿਓ, ਸਾਧੂ ਨੂੰ ਮਖੌਲ ਨਹੀਂ ਕਰੀਦਾ। ਕਹਿੰਦੇ ਕਮਾਲ, ਇਹ ਤਾਂ ਤੁਹਾਨੂੰ ਕੁਛ ਨਹੀਂ ਪਤਾ। ਕਰਦੇ ਕਦੇ ਦਰਵਾਸ਼ਾ ਰਿਸ਼ੀ ਕੋਲ ਚਲੇ ਗਏ। ਉਹ ਕਹਿੰਦੇ ਚਲੋ ਚਲੋ ਬੱਚਿਓ, ਸਾਧੂ ਨੂੰ ਮਖੌਲ ਨਹੀਂ ਕਰੀਦਾ। ਕਹਿੰਦੇ ਜਿਹਦੇ ਕੋਲ ਜਾਣੇ ਉਹ ਕਹਿੰਦੇ ਸਾਧੂ ਨੂੰ ਮਖੌਲ ਨਹੀਂ ਕਰੀਦਾ। ਅਸੀਂ ਕੋਈ ਮਖੌਲ ਥੋੜ੍ਹਾ ਕਰ ਰਹੇ, ਅਸੀਂ ਤੁਹਾਡੇ ਤੋਂ ਪੁੱਛਣ ਆਏ ਹਾਂ ਵੀ ਇਹਦੇ ਲੜਕਾ ਹੋਊਗਾ ਕਿ ਲੜਕੀ ਹੋਏਗੀ, ਇਹ ਦੱਸੋ ਸਾਨੂੰ। ਕਹਿੰਦਾ ਅੱਛਾ ਦੱਸ। ਉਹ ਗੁਸੈਲ ਸੀ। ਅੱਗੇ ਰੱਖਿਆ ਇੱਕ ਮੰਡਲ 'ਚ ਪਾਣੀ, ਉਹਨੇ ਚੂੜੀ ਭਰੀ ਧਰਤੀ 'ਤੇ ਮਾਰੀ। ਕਹਿੰਦੇ ਇਹਦੇ ਪੇਟ 'ਚੋਂ ਉਹ ਹੋਏਗਾ ਜੋ ਤੁਹਾਡੇ ਖਾਨਦਾਨ ਦਾ ਨਾਸ ਕਰੇਗਾ। ਬਸ ਰੰਗ ਉੱਡ ਗਏ। ਕ੍ਰਿਸ਼ਨ ਭਗਵਾਨ ਕੋਲ ਆ ਗਏ। ਉਹ ਕਹਿੰਦਾ ਮੁੰਡਿਓ ਕੀ ਗੱਲ ਹੋਏ? ਉਹ ਸਮਝ ਗਏ ਤੁਹਾਡਾ ਰੰਗ ਉੱਡਿਆ, ਕੀ ਕਰਕੇ ਆਏ ਹੋ? ਕਹੇ ਜੀ ਆਹ ਗੱਲ ਹੋ ਗਈ। ਕਹਿੰਦੇ ਬੇਵਕੂਫੋ, ਮੈਨੂੰ 3 ਦਿਨ ਹੋ ਗਏ ਸਾਧੂ ਦੇ ਚਰਨ ਧੋਂਦੇ, ਲੰਗਰ ਪਾਣੀ ਛਕਾਉਂਦੇ, ਤੁਸੀਂ ਜਿਹੜਾ ਵਰ ਦੀ ਥਾਂ 'ਤੇ ਸ਼ਰਾਪ ਲੈ ਕੇ ਆ ਗਏ। ਕਹੇ ਚਲੋ ਜੀ ਉਹਨੇ ਸ਼ਰਾਪ ਦੇ ਦਿੱਤਾ, ਪਰ ਤੁਸੀਂ ਤਾਂ ਉਹਦੇ ਗੁਰੂ ਹੋ, ਤੁਸੀਂ ਤਾਂ ਉਸ ਤੋਂ ਵੱਡੇ ਹੋ, ਤੁਸੀਂ ਸ਼ਰਾਪ ਨੂੰ ਟਾਲ ਦਿਓ। ਉਹ ਕਹਿੰਦੇ ਨਾ, ਮੇਰਾ ਅਸੂਲ ਬਣਾਇਆ ਹੋਇਆ ਹੈ ਕਿ ਜੇ ਮੈਂ ਕਿਸੇ ਨੂੰ ਸਜ਼ਾ ਦੇਵਾਂ ਮੇਰਾ ਭਗਤ ਮੁਆਫ ਕਰ ਸਕਦਾ, ਪਰ ਜੇ ਮੇਰਾ ਭਗਤ ਕਿਸੇ ਨੂੰ ਸਜ਼ਾ ਦੇ ਦੇ ਮੈਂ ਮੁਆਫ ਨਹੀਂ ਕਰਦਾ, ਇਸ ਲਈ ਮੁਆਫ ਨਹੀਂ ਹੋਵੇਗਾ। ਅਤੇ ਇੱਕ ਦਿਨ ਆਇਆ, ਸਾਰਾ ਖਾਨਦਾਨ ਮਰ ਗਿਆ। ਕ੍ਰਿਸ਼ਨ ਮਹਾਰਾਜ ਬਾਹਰ ਜੰਗਲ 'ਚ ਇੱਕ ਦਰਖਤ ਹੇਠਾਂ ਲੇਟੇ ਹੋਏ, ਗੋਡੇ ਦੇ ਉੱਤੇ ਦੂਜੀ ਲੱਤ ਰੱਖੀ ਹੋਈ ਹੈ। ਦੂਰ ਕੋਈ ਸ਼ਿਕਾਰੀ ਸੀ। ਕ੍ਰਿਸ਼ਨ ਭਗਵਾਨ ਦੇ ਪੈਰ ਦੇ ਵਿੱਚ ਪਦਮ ਸੀ, ਪਦਮ ਚਮਕਦਾ ਸੀ। ਕਿਸੇ ਨੇ ਦੇਖਿਆ ਵੀ ਇਹ ਹਿਰਨ ਦੀ ਅੱਖ ਚਮਕ ਰਹੀ ਹੈ, ਵੀ ਹਿਰਨ ਕੋਈ ਬੈਠਾ। ਉਹਨੇ ਤੀਰ ਮਾਰਿਆ ਜੀ, ਅਤੇ ਨਾਲੇ ਆ ਰਿਹਾ ਵੀ ਕਿਤੇ ਹਿਰਨ ਜ਼ਖਮੀ ਹੋ ਕੇ ਦੌੜਨਾ, ਜੇ ਮੈਂ ਫੜ ਲਵਾਂ ਉਸਨੂੰ। ਉਹ ਕ੍ਰਿਸ਼ਨ ਮਹਾਰਾਜ ਦੀ ਵੱਖੀ 'ਚ ਆ ਕੇ ਵੱਜਿਆ ਤੀਰ। ਜੋ ਨੇੜੇ ਕਹਿੰਦਾ ਓਹੋ, ਇਹ ਤਾਂ ਸਾਡੇ ਦੇਸ਼ ਦਾ ਰਾਜਾ ਹੈ। ਰੋਣ ਲੱਗ ਗਿਆ ਵੀ ਮੈਂ ਤਾਂ ਹਿਰਨ ਸਮਝ ਕੇ ਤੀਰ ਮਾਰਿਆ ਸੀ ਅਤੇ ਸਾਡੇ ਦੇਸ਼ ਦਾ ਰਾਜਾ ਹੈ, ਰੋ ਰਿਹਾ। ਕ੍ਰਿਸ਼ਨ ਮਹਾਰਾਜ ਕਹਿੰਦਾ ਤੂੰ ਰੋ ਨਾ, ਤੇਰਾ ਮੇਰਾ ਹਿਸਾਬ ਹੋ ਗਿਆ। ਕਹਿੰਦੇ ਕੀ ਹਿਸਾਬ ਹੋ ਗਿਆ? ਕ੍ਰਿਸ਼ਨ ਮਹਾਰਾਜ ਕਹਿੰਦੇ ਤੂੰ ਕਹਿੰਦੇ ਬਾਲੀ ਸੀ, ਮੈਂ ਰਾਮਚੰਦਰ ਸੀ। ਤੈਨੂੰ ਇਹ ਵਰ ਮਿਲਿਆ ਸੀ ਕਿ ਜਿਹੜਾ ਤੇਰੇ ਸਾਹਮਣੇ ਆ ਕੇ ਲੜੇਗਾ ਤੂੰ ਉਹਦੀ ਅੱਧੀ ਸ਼ਕਤੀ ਖਿੱਚ ਲੈਂਦਾ ਸੀ, ਇਸ ਲਈ ਤੈਨੂੰ ਮਾਰਨਾ ਜ਼ਰੂਰੀ ਸੀ। ਪਰ ਜੇ ਮੈਂ ਤੇਰੇ ਸਾਹਮਣੇ ਆਉਂਦਾ ਸੀ ਤੂੰ ਮੇਰੀ ਸ਼ਕਤੀ ਖਿੱਚ ਲੈ, ਮੈਂ ਤੈਨੂੰ ਮਾਰ ਨਹੀਂ ਸੀ ਸਕਣਾ। ਮੈਂ ਤੈਨੂੰ ਓਹਲੇ ਹੋ ਕੇ ਮਾਰਿਆ ਅਤੇ ਤੂੰ ਆਵਾਜ਼ ਮਾਰੀ ਵੀ ਰਾਮਚੰਦਰ ਤੂੰ ਤਾਂ ਮਰਿਆਦਾ ਪੁਰਸ਼ੋਤਮ ਹੈ, ਤੂੰ ਸਨਮੁਖ ਹੋ ਕੇ ਨਹੀਂ ਲੜਿਆ, ਤੂੰ ਮੈਨੂੰ ਲੁੱਕ ਕੇ ਮਾਰਿਆ ਹੈ। ਅਤੇ ਮੈਂ ਉਹਦੇ ਕਿਹਾ ਸੀ ਬਾਲੀ ਤੇਰਾ ਅਤੇ ਮੇਰਾ ਇੱਕ ਦਿਨ ਹਿਸਾਬ ਹੋਵੇਗਾ, ਤੂੰ ਉਹੀ ਬਾਲੀ ਹੈ, ਮੈਂ ਉਹੀ ਰਾਮਚੰਦਰ ਹਾਂ, ਤੇਰਾ ਮੇਰਾ ਹਿਸਾਬ ਹੋ ਗਿਆ। ਰੋ ਨਾ। ਕਰਮ ਐਸੀ ਜ਼ਬਰਦਸਤ ਚੀਜ਼ ਹੁੰਦੇ ਨੇ, ਇਹ ਖੜਾ ਨਹੀਂ ਛੱਡਦੇ, ਇਹ ਖੜਾ ਨਹੀਂ ਛੱਡਦੇ। ਸੋ ਸਾਧੂਆਂ ਨਾਲ ਸਿਆਣੇ ਕਹਿੰਦੇ ਨੇ ਜੇ ਤੁਹਾਨੂੰ ਸਾਧੂਆਂ 'ਤੇ ਵਿਸ਼ਵਾਸ ਨਹੀਂ ਮਤ ਜਾਓ, ਕੋਈ ਲੋੜ ਨਹੀਂ। ਕੀ ਪਤਾ ਤੁਸੀਂ ਅੱਗੇ ਉੱਥੇ ਬੋਲ ਦਿਓ ਕੁਛ ਅਤੇ ਉਹ ਪੂਰਾ ਹੋਵੇ
ਤੇ ਜੋ ਫਿਰ ਉਹਨੇ ਕਹਿਤਾ ਸੇ ਵਚਨ ਹਮੰਦੇ, ਬਸ ਫਿਰ ਉਹ ਪੂਰਾ ਹੋ ਜਾਣਾ। ਇਸ ਲਈ ਸਾਧੂਆਂ ਨਾਲ ਐਵੇਂ ਪੰਗੇ ਨਹੀਂ ਲਈਦੇ ਹੁੰਦੇ, ਬਸ ਉਹਨਾਂ ਤੋਂ ਤਾਂ ਫਾਇਦਾ ਉਠਾਈਦਾ ਹੁੰਦਾ। ਬਾਕੀ ਸਾਧੂਆਂ ਕੋਲ ਜਾ ਕੇ ਸੰਸਾਰਕ ਗੱਲਾਂ ਨਹੀਂ ਕਰਨੀਆਂ ਹੁੰਦੀਆਂ। ਉਹ ਸੰਸਾਰਕ ਗੱਲਾਂ ਕਰਨ ਸੰਸਾਰ 'ਤੇ ਨਹੀਂ ਆਏ ਹੁੰਦੇ। ਉਹਨਾਂ ਕੋਲ ਬੈਠੋ, ਭਜਨ ਬੰਦਗੀ ਦੀ ਗੱਲ ਕਰੋ, ਉਹਨਾਂ 'ਤੇ ਕੋਈ ਗਾਈਡੈਂਸ ਲਵੋ, ਕੋਈ ਭਜਨ ਬੰਦਗੀ ਦਾ ਢੰਗ ਤਰੀਕਾ ਸਿੱਖੋ, ਕੋਈ ਆਤਮਾ ਅਵਸਥਾ ਉੱਚੀ ਕਰਨ ਲਈ ਉਹਨਾਂ ਨੂੰ ਬੇਨਤੀ ਕਰੋ ਜੀ ਵੀ ਮੇਰੀ ਕਿਵੇਂ ਆਤਮਾ ਅਵਸਥਾ ਉੱਚੀ ਹੋ ਸਕਦੀ, ਮੈਨੂੰ ਦੱਸੋ, ਮੈਂ ਢੰਗ ਤਰੀਕਾ ਫਾਇਦਾ ਉਠਾਓ ਉਸਦਾ। ਮੈਂ ਕਈ ਵਾਰ ਬੜਾ ਹੈਰਾਨ ਹੋਣਾ ਜਦ ਸੰਤ ਸੀਤਲ ਸਿੰਘ ਜੀ ਕੋਲ ਜਾਣਾ, ਉਹਨਾਂ ਦੇ ਸ਼ਰਧਾਲੂ ਸੰਸਾਰਕ ਗੱਲਾਂ ਕਰ ਰਹੇ ਹੁੰਦੇ ਸਨ। ਮੈਨੂੰ ਬੜਾ ਅਜੀਬ ਲੱਗਣਾ ਯਾਰ ਵੀ ਇਹ ਸੰਤਾਂ ਦੇ ਕੋਲ ਬੈਠੇ ਫਾਇਦਾ ਹੀ ਨਹੀਂ ਕੋਈ ਉਠਾ ਰਹੇ। ਇਹ ਤਾਂ ਸੰਸਾਰਕ ਗੱਲਾਂ ਗੱਪਾਂ 'ਚ ਮਾਰੀ ਦੇ, ਹੱਸੀ ਜਦ ਕਰੀ। ਮੈਂ ਸਾਧੂ ਕੋਈ ਰੋਜ਼ ਥੋੜ੍ਹੇ ਮਿਲਦੇ ਨੇ। ਇਹ ਤਾਂ ਭਾਗਾਂ ਨਾਲ ਕਿਸੇ ਸਾਧੂ ਨਾਲ ਮੇਲ ਹੁੰਦਾ, ਉਹ ਵੀ ਵੱਡੇ ਭਾਗ ਹੁਣ ਤਾਂ ਕਿਤੇ ਸਾਧੂ ਨਾਲ ਜਾ ਕੇ ਮੇਲ ਹੁੰਦਾ ਹੈ। ਕਿੱਥੇ ਮੇਲ ਹੁੰਦਾ ਹੈ? ਨੇੜਤਾ ਪ੍ਰਾਪਤ ਹੋਣਾ ਹਰ ਇੱਕ ਦੇ ਵੱਸ ਦਾ ਨਹੀਂ ਹੁੰਦਾ। ਬਾਕੀ ਗਏ ਮੱਥਾ ਟੇਕੇ ਆ ਗਏ, ਸੰਤ ਮਹਾਤਮਾ ਹਰ ਇੱਕ ਨਾਲ ਗੱਲਾਂ ਨਹੀਂ ਕਰਿਆ ਕਰਦੇ। ਜਦੋਂ ਅਸੀਂ ਅਲੌਰਾ ਸਾਹਿਬ ਜਾਂਦੇ ਸੀ, ਜਦੋਂ ਅਸੀਂ ਅੰਦਰ ਬੈਠ ਜਾਣਾ, ਮਹਾਂਪੁਰਖਾਂ ਨੂੰ ਕਹਿਣਾ ਸੇਵਾਦਾਰ ਨੂੰ ਕੁੰਡੀ ਬੰਦ ਕਰ ਦੇ, ਹੋਰ ਨਾ ਕੋਈ ਆਵੇ। ਚਲੋ ਧਾਰਮਿਕ ਗੱਲਾਂ ਕਰਨੀ, ਅਸੀਂ ਸੰਸਾਰੀ ਗੱਲ ਕਦੇ ਕੀਤੀ ਨਹੀਂ ਸੀ। ਕਦੇ ਨਾ ਕੋਈ ਕਥਾ ਵਾਰਤਾ ਸੁਣਾਉਂਦੀ, ਕਦੇ ਕੋਈ ਸੁਣਾ ਦੇਣੀ। ਫਿਰ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਪਟਿਆਲੇ ਤੋਂ ਜਿਹੜੇ ਆਉਂਦੇ ਨਾ ਮਹਾਂਪੁਰਖ ਇਹਨਾਂ ਨਾਲ ਗੱਲਾਂ ਕਰਦੇ ਨੇ। ਉਹਨਾਂ ਵੀ 5-7 ਨਾਲ ਹੀ ਸਾਡੇ ਅੰਦਰ ਵੜ ਜਾਣਾ ਵੀ ਚਲੋ ਆਪਾਂ ਵੀ ਕੋਈ ਫਾਇਦਾ ਉਠਾ ਲਾਂਗੇ। ਉਹ ਇੰਨਾ ਪਿਆਰ ਕਰਦੇ ਸਨ ਵੀ ਮਾਨਸ਼ਈਆ ਬੀਬੀ ਅਤੇ ਬੈਰੀ ਬੇਸਿਸ ਇੱਕ ਵਾਰੀ ਚਲੇ ਗਏ ਉਹਨਾਂ ਨੂੰ ਮਿਲਣ। ਇਹਨੇ 'ਚ ਉਹਨਾਂ ਦੀ ਕੁੰਡੀ ਬੰਦ ਹੋ ਗਈ। ਇਹ ਦੋਨੋਂ ਬਾਹਰ ਬੈਠੀਆਂ ਰਹੀਆਂ। ਘੰਟੇ ਡੇਢ ਬਾਅਦ ਕੁੰਡੀ ਖੁੱਲ੍ਹੀ, ਇਹ ਅੰਦਰ ਗਈਆਂ। ਕਹਿੰਦੇ ਤੁਸੀਂ ਭਾਈ ਕਦੋਂ ਆਏ? ਕਹੇ ਸਾਨੂੰ ਤਾਂ 1.5 ਘੰਟਾ ਹੋ ਗਿਆ। ਸੇਵਾਦਾਰ ਸੱਦੇ, ਕਹਿੰਦਾ ਸੁਣੋ ਏ, ਇਹਨਾਂ ਦੋਨਾਂ ਬੀਬੀਆਂ ਦੀ ਪਹਿਚਾਣ ਕਰ ਲਓ। ਇਹ ਜਦੋਂ ਆਉਣ ਉਡੀਕ ਨਹੀਂ ਕਰਵਾਉਣੀ, ਸਾਡੀ ਕੁੰਡੀ ਖੋਲ੍ਹ ਦੇਣੀ। ਇਹਨੂੰ ਉਡੀਕ ਨਹੀਂ ਕਰਾਉਣੀ। ਤੁਸੀਂ ਕਦੇ ਕਹਿੰਦੇ ਜੀ ਸਾਨੂੰ ਪਤਾ ਨਹੀਂ ਸੀ ਜੀ। ਕਹਿੰਦੇ ਇੱਕ ਤਾਂ ਮਾਸਟਰ ਜੀ ਦੀ ਘਰ ਵਾਲੀ ਹੈ, ਇੱਕ ਆ ਮਾਨਸ਼ੇ ਬੀਬੀ, ਇਹਨਾਂ ਦਾ ਬਹੁਤ ਉੱਚਾ ਅਵਸਥਾ ਇਹਨਾਂ ਦੀ। ਹਾਂ, ਇਹਨਾਂ ਦੀ ਬੜੀ ਬਖਸ਼ਿਸ਼ ਸੰਤ ਅਤਰ ਸਿੰਘ ਮਹਾਰਾਜ ਦੀ। ਕਿ ਬੀਬੀ ਮਾਨਸ਼ੇ ਜਿਹੜੀ ਸੀ ਨਾ, ਸੰਤ ਅਤਰ ਸਿੰਘ ਦੀ ਸੇਵਾ ਕਰਿਆ ਕਰਦੀ ਮਸਤੂਆਂ ਨਾਲ ਦੀ। ਜਦੋਂ ਉਹਨਾਂ ਸਰੀਰ ਤਿਆਗਣਾ ਸੀ, ਬੀਬੀ ਮਾਨਸ਼ੀਆ ਕਹਿੰਦੀ ਵੀ ਮਹਾਰਾਜ ਜੀ ਹੁਣ ਫਿਰ ਕਿਵੇਂ ਦਰਸ਼ਨ ਹੋਣਗੇ? ਉਹਨਾਂ ਨੇ ਕੰਬਲ ਦਿੱਤਾ। ਕਹਿੰਦਾ ਬੀਬੀ ਜਦੋਂ ਕਦੇ ਤੇਰਾ ਜੀਅ ਕਰੇ ਨਾ, ਇਹ ਬੈੱਡ ਦੇ ਉੱਤੇ ਕੰਬਲ ਵਿਛਾ ਲਿਆ ਕਰ, ਚੌੜਾ ਕਰਕੇ ਰੱਖ ਲਿਆ ਕਰ ਅਤੇ ਖਲੋ ਕੇ ਅਰਦਾਸ ਕਰਿਆ ਕਰ, ਸਾਨੂੰ ਤੈਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਹੁੰਦੇ ਰਹੇ ਜੀ। ਇੱਕ ਕੋਈ ਕੁਝ ਸਾਲਾਂ ਬਾਅਦ ਹੋਰ ਸਾਧੂ ਆ ਗਿਆ ਮਾਨਸ਼ੀਆਂ ਦੇ ਘਰ। ਮਾਤਾ ਨੇ ਸਹਿ ਸਵਾ ਪੁੱਛ ਲਿਆ, ਮਹਾਤਮਾ ਜੀ ਕੀ ਸੇਵਾ ਕਰੀ ਤੁਹਾਡੀ? ਕਹ ਜਿਹੜਾ ਤੁਹਾਡੇ ਕੋਈ ਕੰਬਲ ਆ ਉਹ ਦੇ ਦਿਓ। ਹੁਣ ਬੜੀ ਸਮੱਸਿਆ ਖੜੀ ਹੋ ਗਈ। ਆਪ ਹੀ ਕਿਹਾ ਜੀ ਤੁਹਾਡੀ ਕੀ ਸੇਵਾ ਕਰੀਏ? ਹੁਣ ਨਾ ਕਰਨੀ ਵੀ ਔਖੀ ਹੈ। ਉਹ ਕਹਿੰਦੇ ਜੀ ਵੀ ਇਹ ਤਾਂ ਸਾਨੂੰ ਮਹਾਂਪੁਰਖਾਂ ਨੇ ਦਿੱਤਾ ਸੀ, ਕੋਈ ਹੋਰ ਲੈ ਲਓ ਜੀ। ਨਾ, ਕਹਿੰਦੇ ਜੇ ਤੁਸੀਂ ਸੇਵਾ ਕਿਹਾ ਮੈਂ ਤਾਂ ਇਹੀ ਲੈ ਕੇ ਜਾਣਾ। ਉਹ ਸਾਧ ਕੰਬਲ ਲੈ ਗਿਆ। ਸੋ ਇਹਨਾਂ ਮਹਾਂਪੁਰਖਾਂ ਨਾਲ ਉਸ ਬੀਬੀ ਦਾ ਪਿਤਾ ਉਹਨੇ ਕਿਹਾ ਜਦੋਂ ਦੋਨੋਂ ਬੀਬੀਆਂ ਆਉਣ ਇਹ ਦਰਵਾਜ਼ਾ ਖੋਲ੍ਹ ਦੇਣਾ, ਅਸੀਂ ਭਾਵੇਂ ਹੁਣੇ ਕਿਉਂ ਨਾ ਬੰਦ ਕੀਤਾ ਹੋਵੇ। ਸੋ ਸਾਧੂਆਂ ਕੋਲ ਜਦੋਂ ਜਾਈਦਾ ਨਾ, ਗੱਲਾਂ ਬਾਤਾਂ ਨਹੀਂ ਸੰਸਾਰਕ ਕਰੀ ਦੀ, ਰੱਬ ਦੀ ਗੱਲ ਕਰੀ ਦੀ ਹੈ, ਕੋਈ ਫਾਇਦਾ ਉਠਾਈਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਨਿਆਏ ਜਿਹੜਾ ਹੈ ਫਾਰਸੀ ਦਾ ਸ਼ਬਦ ਹੈ, ਨਿਆਏ ਹਿੰਦੀ ਪੰਜਾਬੀ ਦਾ ਸ਼ਬਦ ਹੈ, ਅਰਥ ਇੱਕੋ ਹੀ ਹੈ। ਜਿਹੜੇ ਨਿਰਵੈਰਾਂ ਨਾਲ ਵੈਰ ਕਰਦੇ ਹਨ, ਧਰਮ ਦੇ ਨਿਆਂ ਅਨੁਸਾਰ ਉਹ ਖੁਆਰ ਹੁੰਦੇ ਰਹਿੰਦੇ ਨੇ। ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ, ਜਿਨ੍ਹਾਂ ਨੂੰ ਸੰਤਾਂ ਨੇ ਸਰਾਪ ਦਿੱਤਾ ਭਟਕਦੇ ਰਹਿੰਦੇ ਨੇ, ਉਹਨਾਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਹੈ। ਪੇੜ ਮੁੰਡਾ ਹੂੰ ਕਟਿਆ ਤਿਸ ਡਾਲ ਸੁਕੰਦੇ। ਪੇੜ ਹਿੰਦੀ ਦਾ ਸ਼ਬਦ ਹੈ ਦਰਖਤ। ਮੁੰਡਾ ਹੂੰ ਮੈਨੇ ਮੁੱਢ ਤੋਂ
ਜਿਸ ਦਰਖਤ ਨੂੰ ਮੁੱਢ ਤੋਂ ਹੀ ਵੱਢ ਦਿੱਤਾ ਜਾਵੇ ਉਹਦੀ ਟਹਿਣੀਆਂ ਸੁੱਕ ਜਾਂਦੀਆਂ ਹਨ, ਸੁੱਕ ਜਾਂਦੀਆਂ। ਉਹ ਸਰਾਪੇ ਹੋਏ ਨੇ, ਉਹ ਇਸ ਵੇਲੇ ਮੁੱਢ ਤੋਂ ਹੀ ਵੱਢੇ ਹੋਏ ਹਨ, ਸੁੱਕਣਾ ਹੀ ਸੁੱਕਣਾ ਨੂੰ। ਸ਼ਲੋਕ ਮਹਿਲਾ ਚੌਥਾ। ਅੰਤਰ ਹਰ ਗੁਰੂ ਧਿਆਇਂਦਾ ਵੱਡੀ ਵਡਿਆਈ। ਜਿਹੜਾ ਗੁਰੂ ਹੈ ਆਪਣੇ ਅੰਦਰ ਪਰਮਾਤਮਾ ਨੂੰ ਧਿਆਉਂਦਾ ਰਹਿੰਦਾ ਹੈ, ਇਹੀ ਉਹਦੀ ਵਡਿਆਈ ਹੈ। ਸਭ ਤੋਂ ਵੱਡੀ ਵਡਿਆਈ ਗੁਰੂ ਦੀ ਇਹੀ ਹੈ ਕਿ ਗੁਰੂ ਮਹਾਰਾਜ ਆਪਣੇ ਮਨ 'ਚ ਪਰਮਾਤਮਾ ਨੂੰ ਧਿਆਉਂਦੇ ਰਹਿੰਦੇ ਹਨ। ਤੁਸ ਦਿੱਤੀ ਪੂਰੇ ਸਤਿਗੁਰੂ, ਘਟੈ ਨਾਹੀਂ ਇੱਕ ਤਿਲ ਕਿਸੇ ਦੀ ਘਟਾਈ। ਤੁਸ ਹੁੰਦਾ ਖੁਸ਼ ਹੋ ਕੇ, ਪਰਮਾਤਮਾ ਨੇ ਖੁਸ਼ ਹੋ ਕੇ ਪੂਰੇ ਸਤਿਗੁਰੂ ਨੂੰ ਇਹ ਦਾਤ ਦਿੱਤੀ ਕਿ ਤੂੰ ਅੰਤਰਾਤਮਾ ਨਾਮ ਜਪੀ ਜਾਣ। ਘਟੈ ਨਾਹੀਂ ਇੱਕ ਤਿਲ ਕਿਸੇ ਦੀ ਘਟਾਈ। ਜੇ ਕੋਈ ਘਟਾਉਣਾ ਵੀ ਚਾਹੇ ਦਾਤ ਨੂੰ, ਇਹ ਘਟਦੀ ਨਹੀਂ ਹੈ। ਕਿਸੇ ਦੇ ਨਿੰਦਿਆ ਕਰਨ ਨਾਲ ਇਹਨੇ ਘਟਣਾ ਨਹੀਂ ਹੈਗਾ। ਸੱਚ ਸਾਹਿਬ ਸਤਿਗੁਰੂ ਕਹਿ ਵੱਲ ਹੈ। ਪਰਮਾਤਮਾ ਕਹਿੰਦਾ ਗੁਰੂ ਦੇ ਵੱਲ ਹੁੰਦਾ ਹੈ, ਉਹਦੀ ਸਾਈਡ 'ਤੇ ਹੁੰਦਾ ਹੈ। ਤਾਂ ਚੱਖ ਚੱਕ ਮਰੇ ਸਭ ਲੁਕਾਏ। ਤਾਂ ਜਿਹੜੇ ਨਿੰਦਿਆ ਕਰਦੇ ਨੇ ਕਹਿੰਦੇ ਚੱਖਾਂ ਮਾਰਦੇ ਮਰਦੇ ਮਰ ਜਾਂਦੇ ਹਨ, ਉਹ ਖੁਆਰ ਹੁੰਦੇ ਹੁੰਦੇ ਮਰ ਜਾਂਦੇ ਹਨ। ਨਿੰਦਕਾਂ ਕੇ ਮੂੰਹ ਕਾਲੇ ਕਰੇ, ਹਰ ਕਰਤਾ ਆਪ ਵਧਾਈ। ਪਰਮਾਤਮਾ ਕੀ ਕਰਦਾ? ਨਿੰਦਕਾਂ ਦੇ ਮੂੰਹ ਕਾਲੇ ਕਰ ਦਿੰਦਾ, ਅਤੇ ਪਰਮਾਤਮਾ ਆਪ ਆਪਣੇ ਭਗਤ ਦੀ ਇੱਜ਼ਤ ਵਧਾਉਂਦਾ ਹੈ। ਜਿਉਂ ਜਿਉਂ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਜਿਉਂ ਜਿਉਂ ਨਿੰਦਕ ਗੁਰੂ ਦੀ ਨਿੰਦਿਆ ਕਰਦੇ ਹਨ, ਤਿਉਂ ਤਿਉਂ ਗੁਰੂ ਦੀ ਸਗੋਂ ਚੜ੍ਹਾਈ ਹੁੰਦੀ ਹੈ। ਸਵਾਈ ਉਹਦਾ ਸਵਾ ਗੁਣਾ ਪਹਿਲਾਂ ਨਾਲੋਂ ਵੱਧ। ਤਿਉਂ ਤਿਉਂ ਗੁਰੂ ਦੀ ਵਡਿਆਈ ਵੱਧਦੀ ਜਾਂਦੀ ਹੈ, ਨਿੰਦਿਆ ਕਰਨਾ ਘਟਦੀ ਨਹੀਂ ਹੈਗੀ। ਜਨ ਨਾਨਕ ਹਰ ਅਰਾਧਿਆ, ਤਿਨ ਪੈਰੀ ਆਣ ਸਭ ਪਾਈ। ਜਿਸ ਨੇ ਵੀ ਪਰਮਾਤਮਾ ਦੀ ਅਰਾਧਨਾ ਕੀਤੀ, ਪਰਮਾਤਮਾ ਨੇ ਸਭ ਨੂੰ ਲੈ ਕੇ ਉਹਦੇ ਚਰਨੀ ਲਾਤਾ ਵੀ ਟੇਕੋ ਇਹਨੂੰ ਮੱਥਾ। ਉਹ ਨਹੀਂ ਲੋਕ ਮੱਥੇ ਟੇਕਦੇ ਸਾਧੂਆਂ ਨੂੰ। ਪਰਮਾਤਮਾ ਤੁਹਾਡੇ ਅੰਦਰ ਬੈਠਾ, ਉਹ ਤੁਹਾਨੂੰ ਅੰਦਰੋਂ ਪ੍ਰੇਰਦਾ। ਕੋਈ ਸਾਧੂ ਆਇਆ, ਕੋਈ ਫਾਇਦਾ ਉਠਾ ਲੈ, ਮੱਥਾ ਟੇਕ ਲੈ, ਉਹ ਤੁਹਾਨੂੰ ਅੰਦਰੋਂ ਝੁਕਾ ਦਿੰਦਾ। ਉਹ ਵੀ ਤੁਹਾਡੇ ਅੰਦਰ ਹੀ ਬੈਠਾ ਨਾ। ਘੁੰਡੀਏ ਮਰੋੜ ਨਹੀਂ ਉਸਨੇ ਹੋਰ ਉੱਥੇ ਕੀ ਹੈ। ਤੁਹਾਡੇ ਅੰਦਰ ਉਹੋ ਜਿਹੀ ਭਾਵਨਾ ਪੈਦਾ ਕਰ ਦੇਗਾ। ਇਹੋ ਜਿਹੀ ਕੋਈ ਨਾ ਕੋਈ ਗੱਲ ਯਾਦ ਆ ਜਾਏਗੀ ਬਾਣੀ ਦੀ, ਉਹ ਮਹਾਤਮਾ ਆਏ ਨੇ, ਫਿਰ ਪਤਾ ਨਹੀਂ ਕਦੋਂ ਮੇਲ ਹੋਵੇ, ਚਲੋ ਮੱਥਾ ਟੇਕੋ, ਕੋਈ ਫਾਇਦਾ ਉਠਾਏ, ਕੋਈ ਸੀਸ ਲੈ ਲਈਏ। ਪਰਮਾਤਮਾ ਕਹਿੰਦਾ ਸਭ ਨੂੰ ਫਿਰ ਗੁਰੂ ਦੇ ਚਰਨੀ ਆ ਕੇ ਲਾਉਂਦਾ ਹੈ। ਮਹਿਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸ ਕਾ ਗਿਆ। ਗਣਤ ਹੁੰਦਾ ਹੈ ਵੈਰ ਵਿਰੋਧ, ਗਣਤ ਗਿਣਤੀ ਵੀ ਹੁੰਦੀ ਹੈ, ਇੱਥੇ ਵੈਰ ਵਿਰੋਧ ਤੋਂ ਭਾਵ ਹੈ। ਜਿਹੜਾ ਗੁਰੂ ਦੇ ਨਾਲ ਵੈਰ ਵਿਰੋਧ ਰੱਖਦਾ ਨਾ, ਹਲਤ ਪਲਤ ਸਭ ਤਿਸ ਕਾ ਗਿਆ, ਉਹਦਾ ਲੋਕ ਪਰਲੋਕ ਹੀ ਬਰਬਾਦ ਹੋ ਜਾਂਦਾ ਹੈ। ਨਾ ਉਹਦਾ ਲੋਕ ਰਹਿੰਦਾ, ਨਾ ਉਹਦਾ ਪਰਲੋਕ ਰਹਿੰਦਾ ਹੈ। ਨਿਤ ਝਈਆਂ ਪਾਏ ਝੱਗੂ ਸੁੱਟੇ, ਚਖਦਾ ਚਖਦਾ ਝੜ ਪਿਆ। ਮੰਨ ਲਓ ਕਿਸੇ ਨੇ ਕੁੱਤਾ ਰੱਖਿਆ ਹੋਇਆ, ਰੱਸੀ ਪਾ ਕੇ ਉਹਨੂੰ ਬੰਨ੍ਹਿਆ ਹੋਇਆ, ਤੁਸੀਂ ਓਪਰੇ ਉਹਦੇ ਘਰ ਜਾਂਦੇ ਹੋ, ਫਿਰ ਉਸ ਕੁੱਤੇ ਨੂੰ ਵੇਖਿਆ ਕਰੋ, ਉਹ ਝਈਆਂ ਲੈ ਲੈ ਕੇ ਤੁਹਾਨੂੰ ਪਏਗਾ। ਝਈਆਂ ਲੈ ਲੈ ਕੇ ਕਚੀਚੀਆਂ ਵੱਟੇਗਾ ਕੁੱਤਾ, ਕਿੱਥੇ ਆ ਗਿਆ ਹੈ, ਮੈਂ ਜੇ ਤੇ ਖੁੱਲ੍ਹ ਜਾਣਾ ਵੱਢ ਖਾਵਾਂ ਇਹਨੂੰ। ਐਂ ਪੈਂਦਾ, ਉਹ ਕੋਸ਼ਿਸ਼ ਹੁੰਦੀ ਆ ਵੀ ਸੰਗਲੀ ਮੇਰੀ ਟੁੱਟ ਜੇ ਤੇ ਇਹਨੂੰ ਮੈਂ ਲੱਤੋਂ ਪਾ ਲਾਂ। ਇਹ ਆ ਕਿਵੇਂ ਗਿਆ? ਕਹਿੰਦਾ ਝਈਆਂ ਲੈ ਲੈ ਕੇ ਪੈਂਦਾ, ਮੂੰਹ 'ਚ ਝੱਗ ਡਿੱਗਦੀ ਹੈ, ਕਚੀਚੀਆਂ ਵੱਟਦਾ ਹੈ, ਮੂੰਹ 'ਚ ਝੱਗ ਸੁੱਟਦਾ, ਚਖਦਾ ਚਖਦਾ ਝੜ ਪਿਆ। ਇਸ ਤਰ੍ਹਾਂ ਜਿਹੜਾ ਦੁਖੀ ਹੁੰਦਾ ਹੁੰਦਾ ਮਰ ਜਾਂਦਾ ਹੈ।
ਨਿਤ ਉਪਾਵ ਕਰੈ ਮਾਇਆ ਧਨ ਕਾਰਨ, ਅਗਲਾ ਧਨ ਪੀ ਉੱਡ ਗਿਆ। ਇਹ ਜਿਹੜੇ ਪ੍ਰਮਾਤਮਾ ਦੇ ਗੁਰੂ ਦੇ ਨਿੰਦਕ ਹੁੰਦੇ ਨਾ, ਗੁਰੂ ਨਾਲ ਵੈਰ ਰੱਖਣ ਵਾਲੇ ਜਿਹੜੇ ਹੁੰਦੇ ਨੇ, ਨਿਤ ਉਪਾਵ ਕਰੈ ਮਾਇਆ ਧਨ ਕਾਰਨ, ਉਹ ਕੋਸ਼ਿਸ਼ ਕਰਦਾ ਮੇਰਾ ਧਨ ਹੋਰ ਵਧੇ ਹੋਰ ਵਧੇ, ਬੜਾ ਉਪਾਅ ਕਰਦਾ, ਬੜਾ ਯਤਨ ਕਰਦਾ ਹੈ। ਅਗਲਾ ਧਨ ਪਈ ਉੱਡ ਗਿਆ, ਪਰ ਜਿਹੜਾ ਉਹਦੇ ਕੋਲ ਪਹਿਲਾਂ ਹੁੰਦਾ ਉਹ ਵੀ ਖਤਮ ਹੋ ਜਾਂਦਾ, ਘਾਟਾ ਪੈ ਜਾਂਦਾ, ਉਹਨੂੰ ਘਾਟਾ ਪੈ ਜਾਂਦਾ। ਕਈ ਆਖਦੇ ਨੇ ਜੀ ਕੰਮ ਵਪਾਰ 'ਚ ਘਾਟਾ ਪੈ ਰਿਹਾ ਜੀ, ਅਸੀਂ ਫਿਰ ਉਹਨੂੰ ਬਾਣੀ ਦਿੰਦੇ ਹਾਂ, ਪੜ੍ਹ ਬਾਣੀ। ਤੂੰ ਕਿਸੇ ਜਣੇ ਗੁਰੂ ਦੀ ਨਿੰਦਿਆ ਕੀਤੀ ਹੋਣੀ, ਤੈਨੂੰ ਘਾਟਾ ਪੈ ਗਿਆ, ਕਰ ਹੁਣ ਗੁਰੂ ਦੀ ਵਡਿਆਈ, ਪੜ੍ਹ ਉਹਦੀ ਬਾਣੀ, ਤਾਂ ਜੋ ਤੇਰਾ ਵਪਾਰ ਠੀਕ ਹੋਵੇ। ਕਿਉਂਕਿ ਗੁਰੂ ਨਹੀਂ ਫਿਰ ਠੀਕ ਹੈ, ਬਾਣੀ ਗੁਰੂ ਹੈ। ਜਿਵੇਂ ਮਰੀਜ਼ ਨੂੰ ਦਵਾਈ ਠੀਕ ਕਰਦੀ ਹੈ, ਕ੍ਰੈਡਿਟ ਡਾਕਟਰ ਨੂੰ ਮਿਲਦਾ, ਫਲਾਣੇ ਡਾਕਟਰ ਨੇ ਮੈਨੂੰ ਠੀਕ ਕਰਤਾ, ਭਾਈ ਕਹਿੰਦੇ ਨਾ। ਜੇ ਡਾਕਟਰ 10 ਹੋਣ ਤੇ ਦਵਾਈ ਹੋਵੇ ਹੀ ਨਾ, ਨਹੀਂ ਕਰ ਸਕਦੇ ਉਹ ਠੀਕ। ਦਵਾਈ ਹੈ ਪਰ ਡਾਕਟਰ ਨਹੀਂ ਹੈ ਤਾਂ ਵੀ ਨਹੀਂ ਗੱਲ ਬਣਦੀ। ਆਪਣੀ ਮਰਜ਼ੀ ਤੁਸੀਂ ਚੱਕ ਨਹੀਂ ਖਾ ਸਕਦੇ। ਕੈਮਿਸਟ ਦੀ ਦੁਕਾਨ 'ਤੇ ਜਿੰਨੀਆਂ ਦਵਾਈਆਂ ਪਈਆਂ ਸਾਰੀਆਂ ਹੀ ਲਾਭਦਾਇਕ ਹਨ, ਪਰ ਤੁਸੀਂ ਆਪ ਚੱਕ ਕੇ ਨਹੀਂ ਖਾ ਸਕਦੇ। ਤੁਹਾਨੂੰ ਨਹੀਂ ਪਤਾ ਮੇਰੀ ਬਿਮਾਰੀ ਨੂੰ ਕਿਹੜੀ ਦਵਾਈ ਫਿੱਟ ਆਵੇਗੀ। ਸਾਡਾ ਕੰਮ ਤਾਂ ਸਿਰਫ ਇੰਨਾ ਹੀ ਹੈ। ਗੁਰੂ ਮਹਾਰਾਜ ਦਵਾਈ ਨੇ, ਤੁਹਾਨੂੰ ਗੁਰੂ ਨੇ ਠੀਕ ਕਰਨਾ ਹੈ। ਅਸੀਂ ਤਾਂ ਸਿਰਫ ਦੱਸਣਾ ਹੈ ਕਿ ਤੂੰ ਕਿਸ ਬਾਣੀ ਨਾਲ ਠੀਕ ਹੋ ਸਕਦਾ ਹੈ। ਬਾਣੀ ਉਹਨੇ ਪੜ੍ਹਨੀ, ਕਿਰਪਾ ਗੁਰੂ ਨੇ ਕਰਨੀ ਹੁੰਦੀ ਹੈ। ਇਸ ਲਈ ਤੁਸੀਂ ਕਈ ਵਾਰ ਨਾ ਡਾਕਟਰ ਜਿਹੜਾ ਕੋਈ ਲਿਖਦੇ ਨੇ RX ਪਾਇਆ ਹੁੰਦਾ ਹੈ। ਹਾਂ, ਜਿਵੇਂ ਆਪਾਂ ਕਹਿੰਦੇ ਮਿਹਨਤ ਮੇਰੀ ਰਹਿਮਤ ਤੇਰੀ, ਵੀ ਹੇ ਮਹਾਰਾਜ ਮੈਂ ਤਾਂ ਸਿਰਫ ਦਵਾਈਆਂ ਲਿਖ ਰਿਹਾ, ਅਸਰ ਤੇ ਤੁਸੀਂ ਕਰਨਾ, ਕਿਰਪਾ ਤੁਸੀਂ ਕਰਨੀ ਹੈ। ਸੋ ਇਸ ਲਈ ਡਾਕਟਰ ਦਵਾਈ ਦਿੰਦਾ ਹੈ, ਠੀਕ ਦਵਾਈ ਕਰਦੀ ਹੈ ਬੰਦੇ ਨੂੰ, ਠੀਕ ਬਾਣੀ ਨੇ ਕਰਨਾ ਹੈ। ਸਾਧੂਆਂ ਸੰਤਾਂ ਤੇ ਇਹ ਦੇਖਣਾ ਕਿ ਇਹਦੀ ਜਿਹੜੀ ਪ੍ਰੋਬਲਮ ਹੈ ਇਹ ਕਿਸ ਬਾਣੀ ਨਾਲ ਠੀਕ ਹੈ। ਬਾਣੀ ਸਾਰੀ ਹੀ ਲਾਭਦਾਇਕ ਹੈ। ਕੈਮਿਸਟ ਦੀ ਦੁਕਾਨ 'ਤੇ ਪਈਆਂ ਦਵਾਈਆਂ ਸਾਰੀਆਂ ਲਾਭਦਾਇਕ ਨੇ, ਪਰ ਜਿਹਨੂੰ ਪਤਾ ਹੈ ਕਿ ਆਹ ਦਵਾਈ ਇਹਦੀ ਬਿਮਾਰੀ ਲਈ ਫਿੱਟ ਹੈ, ਉਹੀ ਉਹਨੂੰ ਚੱਕ ਕੇ ਦਿੰਦਾ ਹੈ। ਸਾਧੂਆਂ ਦਾ ਬਸ ਇੰਨਾ ਹੀ ਕੰਮ ਹੁੰਦਾ। ਹਾਂ, ਕਈ ਸਾਧੂਆਂ ਦੇ ਬਖਸ਼ਿਸ਼ ਹੁੰਦੇ, ਉਹ ਸਿੱਧੇ ਹੀ ਕਹਿ ਦਿੰਦੇ ਨੇ ਜਾ ਠੀਕ ਹੋ ਜਾਏਗਾ, ਸਿੱਧੇ ਕਿ ਜਾ ਠੀਕ ਹੋ ਜਾਏਗਾ, ਕਿਉਂਕਿ ਉਹਨਾਂ ਦੇ ਬਚਨਾਂ 'ਚ ਬੋਲਾਂ 'ਚ ਤਾਕਤ ਹੈ, ਉਹ ਠੀਕ ਹੋ ਜਾਂਦਾ। ਕਮਾਈ ਇੰਨੀ ਹੁੰਦੀ ਉਹਨਾਂ ਦੀ। ਸੋ ਉਹਨਾਂ ਦਾ ਕਹਿੰਦਾ ਉਹ ਹੋਰ ਧਨ ਕਮਾਉਣ ਲਈ ਯਤਨ ਕਰਦੇ ਨੇ, ਅਗਲਾ ਧਨ ਜਿਹੜਾ ਪਹਿਲਾਂ ਉਹਨਾਂ ਕੋਲ ਧਨ ਹੈ ਉਹ ਵੀ ਖਤਮ ਹੋ ਜਾਂਦਾ ਹੈ। ਕਿਆ ਉਹ ਖਟੇ ਕਿਆ ਉਹ ਖਾਵੇ, ਜਿਸ ਅੰਦਰ ਸਹਿੰਸਾ ਦੁੱਖ ਪਿਆ। ਜਿਹਦੇ ਅੰਦਰ ਸੰਸਾ ਹੈ, ਡਾਊਟ ਹੈ, ਸ਼ੰਕਾ ਹੈ, ਜਿਹਦੇ ਅੰਦਰ ਨਾਸਤਿਕਪੁਣੇ ਦਾ ਦੁੱਖ ਹੈ, ਉਹ ਕੀ ਖਟੇਗਾ ਤੇ ਕੀ ਖਾਏਗਾ, ਕੀ ਖਟੇਗਾ ਕੀ ਖਾਏਗਾ। ਨਿਰਵੈਰੈ ਨਾਲ ਜੇ ਵੈਰ ਰਚਾਏ, ਜੇ ਮੈਨੇ ਜਿਹੜਾ ਨਿਰਵੈਰਾਂ ਦੇ ਨਾਲ ਵੈਰ ਰੱਖਦਾ ਨਾ, ਸਭ ਪਾਪ ਜਗਤੇ ਕਾ ਤਿੰਨ ਸਿਰ ਲਿਆ। ਉਹਨੇ ਸਮਝੋ ਸਾਰੇ ਸੰਸਾਰ ਦਾ ਪਾਪ ਹੀ ਸਿਰ 'ਤੇ ਚੁੱਕ ਲਿਆ, ਸਾਰੇ ਸੰਸਾਰ ਦਾ ਪਾਪ ਹੀ ਸਿਰ 'ਤੇ ਚੁੱਕ ਲਿਆ। ਉਸ ਅੱਗੇ ਪਿੱਛੇ ਢੋਈ ਨਹੀਂ, ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ। ਇਹ ਤਾਂ ਅੰਬ ਤੋਂ ਮਤਲਬ ਜੇ ਤੁਸੀਂ ਐਪਲ ਖਾਂਦੇ ਉਹ ਨਹੀਂ ਹੈ। ਹਾਂ, ਅੰਬ ਮੈਂਗੋ ਉਹ ਨਹੀਂ ਹੈ। ਅੰਬ ਹੁੰਦਾ ਦਰਦ। ਉਸ ਅੱਗੇ ਪਿੱਛੇ ਢੋਈ ਨਹੀਂ, ਉਹਨੂੰ ਲੋਕ ਪਰਲੋਕ 'ਚ ਕੋਈ ਸਹਾਰਾ ਨਹੀਂ ਮਿਲਦਾ। ਜਿਸ ਦੇ ਅੰਦਰ ਨਿੰਦਿਆ, ਜਿਹਦਾ ਮੂੰਹ ਨਿੰਦਿਆ ਕਰ ਕਰਕੇ ਦੁਖਣ ਲੱਗ ਗਿਆ ਹੈ। ਕਈ ਵਾਰ ਆਪਾਂ ਜ਼ਿਆਦਾ ਬੋਲਦੇ ਰਹੇ, ਮੂੰਹ ਦੁਖਣ ਲੱਗ ਜਾਂਦਾ, ਅੱਕ ਮੈਨੂੰ
ਜ਼ਿਆਦਾ ਬੋਲ ਬੋਲ ਕੇ ਮੂੰਹ ਦੁਖਣ ਲੱਗ ਜਾਂਦਾ, ਜਵਾੜੇ ਦੁਖਣ ਲੱਗੇ। ਮੈਂ ਦੇਖਿਆ ਉਹ ਨਿੰਦਿਆ ਕਰ ਕਰਕੇ ਉਹਨਾਂ ਦਾ ਮੂੰਹ ਦੁਖਣ ਲੱਗ ਜਾਂਦਾ, ਉਹਨਾਂ ਦੇ ਮੂੰਹ 'ਚ ਦੁੱਖ ਹੁੰਦਾ, ਦਰਦ ਹੁੰਦਾ ਉਹਨਾਂ ਦੇ ਮੂੰਹ 'ਚ। ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ। ਜੋ ਸੋਨੇ ਨੂੰ ਹੱਥ ਪਾਉਂਦਾ ਉਹ ਵੀ ਮਿੱਟੀ ਹੋ ਜਾਂਦਾ, ਉਹ ਮਿੱਟੀ ਹੋ ਜਾਂਦਾ। ਕਿਸਮਤ ਹੁੰਦੀ ਹੈ, ਕਈ ਮਿੱਟੀ ਨੂੰ ਹੱਥ ਪਾਉਂਦੇ ਸੋਨਾ ਹੋ ਜਾਂਦੀ ਹੈ, ਕਈ ਸੋਨੇ ਨੂੰ ਹੱਥ ਪਾਉਂਦੇ ਮਿੱਟੀ ਹੋ ਜਾਂਦੀ ਹੈ। 5-6 ਸਾਲ ਪਹਿਲਾਂ ਨੌਜਵਾਨ ਲੜਕਾ ਸਿੱਖੀ ਸਰੂਪ 'ਚ ਮੇਰੇ ਕੋਲ ਆਇਆ, ਕਹਿੰਦਾ ਬਾਬਾ ਜੀ ਮੇਰੇ ਬਾਪ ਨੇ ਮੈਨੂੰ 9 ਲੱਖ ਰੁਪਏ ਦਿੱਤਾ ਵੀ ਕਾਕਾ ਤੂੰ ਕੋਈ ਆਪਣਾ ਕੰਮ ਕਰ ਲੈ। ਮੈਂ 3 ਲੱਖ ਲਾ ਕੇ ਇੱਕ ਕੰਮ ਸ਼ੁਰੂ ਕੀਤਾ, 3 ਮਹੀਨੇ ਵਧੀਆ ਚੱਲਿਆ, ਫਿਰ ਉਹ ਕੰਮ ਫੇਲ ਹੋ ਗਿਆ, ਮੇਰਾ 3 ਲੱਖ ਗਿਆ। ਫਿਰ ਮੈਂ ਬਾਕੀ 3 ਲੱਖ ਲਾ ਕੇ ਦੂਜਾ ਕੰਮ ਸ਼ੁਰੂ ਕੀਤਾ, ਉਹ ਵੀ 3 ਮਹੀਨੇ ਚੱਲਿਆ, ਉਹ ਵੀ ਫੇਲ ਹੋ ਗਿਆ, ਉਹ ਵੀ ਮੇਰਾ ਗਿਆ। ਅਖੀਰਲੇ 3 ਲੱਖ ਲਾ ਕੇ ਮੈਂ ਫਿਰ ਇੱਕ ਕੰਮ ਸ਼ੁਰੂ ਕੀਤਾ, ਉਹ ਵੀ 3-4 ਮਹੀਨੇ ਚੱਲਿਆ, ਉਹ ਵੀ ਖਤਮ ਹੋ ਗਿਆ। ਹੁਣ ਮੇਰੇ ਕੋਲ ਨਵਾਂ ਪੈਸਾ ਨਹੀਂ ਰੋਟੀ ਖਾਣ ਜੋਗਾ ਵੀ। ਹੱਥ ਤੇ ਸੋਨੇ ਲਈ ਪਾਇਆ ਸੀ ਨਾ, ਖੇ ਹੋ ਗਏ। ਕਿਸਮਤ ਹੁੰਦੀ ਹੈ। ਇੱਕ ਪ੍ਰਾਪਰਟੀ ਡੀਲਰ ਆ ਗਿਆ, ਕਹਿੰਦਾ ਬਾਬਾ ਜੀ ਮੇਰੇ ਕੋਲ ਇਸ ਵੇਲੇ ਰੋਟੀ ਖਾਣ ਨੂੰ ਪੈਸਾ ਨਹੀਂ ਹੈ। ਉਂਝ ਮੇਰੇ ਕੋਲ ਘੱਟ ਤੋਂ ਘੱਟ 1.5 ਕਰੋੜ ਦੀ ਕੋਠੀ ਹੈ, 4-5 ਪਲਾਟ ਨੇ, ਮੈਂ ਪ੍ਰਾਪਰਟੀ ਡੀਲਰ ਹਾਂ। ਕੋਈ ਸਮਾਂ ਸੀ ਸਾਡੀ ਬੜੀ ਚੜ੍ਹਾਈ ਹੁੰਦੀ ਸੀ, ਜਿੰਨੇ ਮੈਨੂੰ ਆਮਦਨ ਹੋਈ ਉਹਦੇ ਮੈਂ ਪਲਾਟ ਖਰੀਦ ਲਏ। ਹੁਣ ਨਾ ਕੋਠੀ ਵਿਕਦੀ ਹੈ ਨਾ ਪਲਾਟ ਵਿਕਦੇ ਨੇ। ਮੈਂ ਆਪਣੇ ਜੇ ਰਿਸ਼ਤੇਦਾਰਾਂ ਨੂੰ ਕਹਿਣਾ ਕਿ ਮੇਰੀ ਕੋਈ ਸਹਾਇਤਾ ਕਰ ਦਿਓ, ਉਹ ਹੱਸ ਪੈਂਦੇ ਨੇ, ਲੈ ਇੰਨੇ ਪਲਾਟ ਇੰਨੀ ਕੋਠੀ। ਕਹਿੰਦੇ ਬਾਬਾ ਜੀ ਉਹਨਾਂ ਨੂੰ ਮੈਂ ਕਿਵੇਂ ਦੱਸਾਂ, ਮੈਂ ਰੇਤਾ ਬਜਰੀ ਨਹੀਂ ਖਾ ਸਕਦਾ, ਮੈਂ ਰੇਤਾ ਬਜਰੀ ਤੇ ਨਹੀਂ ਨਾ ਖਾ ਸਕਦਾ, ਰੋਟੀ ਤੇ ਪੈਸੇ ਨਾਲ ਹੀ ਆਏਗੀ। ਇੰਨੀ ਪ੍ਰਾਪਰਟੀ ਹੋਣ ਦੇ ਬਾਵਜੂਦ ਮੇਰੇ ਪੱਲੇ ਕੋਈ ਪੈਸਾ ਨਹੀਂ ਹੈ, ਕਿਉਂਕਿ ਪ੍ਰਾਪਰਟੀ ਵਿਕਦੀ ਨਹੀਂ ਹੈ। ਰਿਸ਼ਤੇਦਾਰ ਹੱਸ ਪੈਂਦੇ ਨੇ, ਇੰਨੀ ਪ੍ਰਾਪਰਟੀ ਲਈ ਬੈਠਾ, ਕਹਿੰਦਾ ਮੇਰੇ ਕੋਲ ਰੋਟੀ ਖਾਣ ਨੂੰ ਪੈਸਾ ਨਹੀਂ ਹੈ। ਐਸੀ ਅਵਸਥਾ ਵੀ ਹੁੰਦੀ ਹੈ। ਬੜਾ ਮਨ ਕਈ ਵਾਰੀ ਅਜੀਬ ਸਥਿਤੀਆਂ ਨੂੰ ਸੁਣ ਕੇ ਬੜਾ ਹੁੰਦਾ, ਮਨ ਨੂੰ ਹੁੰਦਾ ਵੀ ਯਾਰ ਕਮਾਲ ਹੈ, ਅਸੀਂ ਤਾਂ ਬੜੀ ਦੁਨੀਆ ਨਾਲੋਂ ਚੰਗੇ ਹਾਂ, ਬੜੀ ਦੁਨੀਆ ਚੰਗੇ ਹਾਂ। ਸੋ ਦਾਤੇ ਦੇ ਰੰਗ ਨੇ ਜੀ, ਕੋਈ ਪਤਾ ਨਹੀਂ ਹੁੰਦਾ ਕਿਸੇ ਵੇਲੇ ਉਹਨੇ ਕੀ ਕਰ ਦੇਣਾ। ਬਾਣੀ 'ਚ ਤੱਕ ਵੀ ਰਾਜ ਇਹਨੂੰ ਗੱਦੀਓ ਲਾ ਸਕਦਾ ਹੈ, ਇੱਕ ਨਿਮਾਣੇ ਕੀੜੇ ਮਕੌੜੇ ਗੱਦੀ 'ਤੇ ਬਿਠਾ ਸਕਦਾ ਹੈ, ਮਰਜ਼ੀ ਦਾਤੇ ਦੀ ਮਰਜ਼ੀ। ਇਸ ਲਈ ਡਰ ਕੇ ਰਹਿਣਾ ਚਾਹੀਦਾ। ਕੋਈ ਚੀਜ਼ ਪ੍ਰਾਪਤ ਹੈ ਉਹਦੀ ਹਉਮੈ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਕਿਸ ਵੇਲੇ ਉਹ ਖੁੱਸ ਜੇ, ਕਿਸ ਵੇਲੇ ਕੋਲੋਂ ਜਾਂਦੀ ਰਹੇ, ਜਿਹਦੀ ਅਸੀਂ ਹਉਮੈ ਕਰ ਰਹੇ ਹਾਂ। ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰੱਖੇ, ਮਿੱਟੀ ਨੂੰ ਕਹਿੰਦੇ। ਜੋ ਸੋਨੇ ਨੂੰ ਹੱਥ ਪਾਉਂਦਾ ਤਾਂ ਉਹ ਵੀ ਮਿੱਟੀ ਹੋ ਜਾਂਦਾ। ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇ, ਇਹੋ ਜਿਹਾ ਬੰਦਾ ਜੇ ਗੁਰੂ ਦੀ ਸ਼ਰਨ 'ਚ ਆ ਜਾਏ ਨਾ ਤਾਂ ਪਿਛਲੇ ਔਗਣ ਬਖਸ਼ ਲੈ। ਗੁਰੂ ਉਹਦੇ ਪਿਛਲੇ ਔਗਣ ਬਖਸ਼ ਦਿੰਦਾ, ਜਾਂ ਤੈਨੂੰ ਮਾਫ ਕੀਤਾ। ਬਸ ਆ ਕੇ ਤੋਬਾ ਹੀ ਕਰਨੀ ਕਿ ਮਹਾਰਾਜ ਜੀ ਜੋ ਹੁਣ ਤੱਕ ਹੋ ਗਿਆ ਮੈਨੂੰ ਬਹੁਤ ਉਸ 'ਤੇ ਅਫਸੋਸ ਹੈ। ਮੈਂ ਅੱਗੇ ਤੋਂ ਕੰਨਾਂ ਨੂੰ ਹੱਥ ਲਾਉਣਾ ਤੋਬਾ ਕਰਦਾ, ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਾਂਗਾ, ਮੈਨੂੰ ਬਖਸ਼ ਦਿਓ, ਮੈਨੂੰ ਬਖਸ਼ ਦਿਓ। ਪਿਛਲੇ ਔਗਣ ਬਖਸ਼ ਲੈ, ਹਰ ਆਗੇ ਮਾਰਗ ਪਾਵੇ। ਫਿਰ ਗੁਰੂਆਂ ਨੂੰ ਕਹਿੰਦੇ ਚੰਗਾ ਭਾਈ, ਮੁੜ ਕੇ ਕੰਮ ਨਾ ਕਰੇ, ਨਾਮ ਜਪਿਆ ਕਰ, ਸਮਾਂ ਪਾ ਕੇ ਤੂੰ ਬਖਸ਼ਿਆ ਜਾਏਗਾ। ਜਨ ਨਾਨਕ ਅਣ ਦੇ ਨਾਮ ਧਿਆਇਆ, ਹਰ ਸਿਮਰਤ ਕਿਲ ਵਿਖ ਪਾਪ ਗਿਆ। ਅਣ ਦਿਨ ਦਾ ਦਿਨ ਰਾਤ
ਜਿਸ ਨੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ, ਹਰ ਸਿਮਰਤ ਹਰੀ ਦਾ ਸਿਮਰਨ ਕਰਕੇ ਕਿਲ ਵਿਖ ਪਾਪ ਗਿਆ, ਉਹਦੇ ਸਭ ਬੁਰਾਈਆਂ ਖਤਮ ਹੋ ਗਈ। ਜਿੰਨੇ ਉਹਨੇ ਪਾਪ ਕੀਤੇ, ਬੁਰੇ ਕੰਮ ਕੀਤੇ ਸੀ, ਕਹਿੰਦੇ ਸਾਰੇ ਹੀ ਖਤਮ ਹੋ ਗਏ। ਸੋ ਸਾਧਨ ਕੀ ਹੈ? ਨਾਮ। ਮੁੜ ਕੇ ਉਹ ਗਲਤੀ ਨਹੀਂ ਕਰਨੀ, ਤੇ ਅੱਗੇ ਨਾਮ ਜਪ ਜਪ ਕੇ ਆਪਣਾ ਬਖਸ਼ਾ ਲੈਣਾ, ਆਪਣੇ ਅੱਗੇ ਜੀਵਨ ਨੂੰ ਸਿੱਖ। ਤਾਂ ਮੈਂ ਕਈ ਵਾਰੀ ਕਿਹਾ ਕਰਦਾ, ਜਦੋਂ ਵੀ ਸੋਝੀ ਆ ਜਾਏ ਉਹਦੀ ਠੀਕ ਹੈ, ਮਨ 'ਚ ਨਹੀਂ ਲਿਆਉਣਾ ਵੀ ਮੈਂ 50 ਸਾਲ ਆ ਕੰਮ ਕਰਦੇ ਰਹਾਂ। ਨਹੀਂ, ਜਦੋਂ ਸੋਝੀ ਆ ਜਾਏ ਉਦੋਂ ਹੀ ਠੀਕ ਹੈ। ਪਿੱਛੇ ਜੋ ਕਰਦੇ ਉਸ ਤੋਂ ਤੋਬਾ ਕਰ ਦਿਓ ਵੀ ਅੱਗੇ ਤੋਂ ਨਹੀਂ ਕਰਦਾ ਜੀ, ਅਤੇ ਭਜਨ ਬੰਦਗੀ ਕਰਨੀ ਸ਼ੁਰੂ ਕਰ ਦੇ। ਸਮਾਂ ਪਾ ਕੇ ਸਭ ਕੁਛ ਮਾਫ ਹੁੰਦਾ ਤਾਂ ਕਿਰਪਾ ਹੋ ਜਾਂਦੀ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।